ਸਮੂਹ ਦਰਸ਼ਕਾਂ ਦਾ ਆਵਾਜ਼ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਦਰਅਸਲ ਅੱਜ ਇੱਕ ਐਸੇ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ ਜਿਸ ਦੇ ਬਾਰੇ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਚਰਚਾ ਰਹੀ। ਮਰਹੂਮ ਦੀਪ ਸਿੱਧੂ, ਜਿਸ ਬਾਰੇ ਕਾਫੀ ਵਿਚਾਰਾਂ, ਗੱਲਾਂ ਬਾਤਾਂ, ਟਾਕ ਸ਼ੋ, ਟੈਲੀਵਿਜ਼ਨ, ਅਖਬਾਰਾਂ ਦੇ ਵਿੱਚ ਜਾਣਕਾਰੀ ਤੁਸੀਂ ਸੁਣੀ ਹੈ। ਉਸ ਦੀ ਬੇਵਕਤ ਮੌਤ ਤੋਂ ਬਾਅਦ ਦੇਸ਼ ਵਿਦੇਸ਼ ਦੇ ਅੰਦਰ ਨੌਜਵਾਨਾਂ ਦੇ ਅੰਦਰ ਇੱਕ ਖਾਸ ਕਿਸਮ ਦਾ ਉਤਸ਼ਾਹ ਵੇਖਣ ਨੂੰ ਮਿਲਿਆ, ਜਿੱਥੇ ਇਸ ਗੱਲ ਦਾ ਰੋਸ ਹੈ ਕਿ ਜਿਸ ਹਾਲਾਤ ਦੇ ਵਿੱਚ ਉਹ ਮੌਤ ਹੋਈ ਉਸ ਦੇ ਬਾਰੇ ਜਾਂਚ ਹੋਣੀ ਚਾਹੀਦੀ ਹੈ, ਉਸ ਨੂੰ ਕਾਫੀ ਸ਼ੱਕੀ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ। ਉੱਥੇ ਨਾਲੋਂ ਨਾਲ ਦੀਪ ਸਿੱਧੂ ਦੇ ਵਿਚਾਰਧਾਰਕ ਪ੍ਰਸੰਗ ਨੂੰ ਵੀ ਅੱਜ ਕਾਫੀ ਮਹੱਤਤਾ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿ ਗੱਲਬਾਤ ਸ਼ੁਰੂ ਕਰੀਏ, ਦੀਪ ਸਿੱਧੂ ਦੇ ਕੁਝ ਬੋਲ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਜਿਹੜੀਆਂ ਉਹਨਾਂ ਦੀਆਂ ਮਹੱਤਵਪੂਰਨ ਟਿੱਪਣੀਆਂ ਨੇ, ਜਿਹੜੀਆਂ ਇੱਕ ਸਾਂਝੇ ਮੰਚ 'ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਉਹ ਮਨੁੱਖਤਾਵਾਦੀ ਸੋਚ ਹੈ ਜਿਸ ਦੀ ਘਾਟ ਮਹਿਸੂਸ ਹੋ ਰਹੀ ਹੈ, ਉਸ ਦੇ ਨਜ਼ਰੀਏ 'ਚੋਂ ਨੇ, ਉਹ ਤੁਹਾਡੇ ਨਾਲ ਚੈਨਲ 'ਤੇ ਪਹਿਲਾਂ ਸਾਂਝੀਆਂ ਕਰਦੇ ਹਾਂ। ਜੋ ਹਿਜਾਬ ਨੂੰ ਬੈਨ ਨਹੀਂ ਕਰਦੇ ਉਹ ਚੁੰਨੀਆਂ ਤਾਂ ਹੀ ਆਉਣਗੇ, ਫਿਰ ਚੁੰਨੀਆਂ ਤੋਂ ਗਾਂਹ ਵੱਧ ਕੇ ਹੱਥ ਪੱਗਾਂ ਨੂੰ ਉਹ ਪਾਉਣਗੇ। ਜਿਹੜੀਆਂ ਦੋ ਸਤਰਾਂ ਨੇ, ਇਹ ਕਾਫੀ ਲੰਮੀ ਤਕਰੀਰ ਹੈ। ਜੋ ਹਿਜਾਬ ਨੂੰ ਬੈਨ ਕਰਦੇ ਨੇ ਉਹ ਚੁੰਨੀਆਂ ਤਾਂ ਹੀ ਆਉਣਗੇ, ਫਿਰ ਚੁੰਨੀਆਂ ਤੋਂ ਵੀ ਅੱਗੇ ਪੱਗਾਂ ਨੂੰ ਹੱਥ ਪਾਉਣਗੇ। ਇੱਕ ਉਹ ਨੈਰੇਟਿਵ ਜਿਹੜਾ ਕਿ ਇੰਡੀਅਨ ਫਾਸ਼ੀਵਾਦੀ ਸਟੇਟ ਤੇ ਮੌਜੂਦਾ ਸੱਤਾਧਾਰੀ BJP RSS ਉਸ ਵੱਲੋਂ ਸਿਰਜਿਆ ਗਿਆ, ਉਸ ਦੇ ਵਿਰੋਧ ਦੇ ਵਿੱਚ ਇੱਕ ਬੜਾ ਵੱਡਾ ਆਵਾਜ਼ ਹੈ, ਬਹੁਤ ਵੱਡਾ ਇੱਕ ਰੋਸ ਹੈ। ਇਹ ਉਹ ਰੋਸ ਹੈ ਜਿਸ ਦੀ ਮੰਗ ਪੰਜਾਬ ਦੇ ਹਰ ਬਸ਼ਰ ਤੋਂ, ਦੇਸ਼ ਦੇ ਹਰ ਵਸਨੀਕ ਤੋਂ ਕੀਤੀ ਜਾਂਦੀ ਹੈ। ਅਫਸੋਸ ਰਿਹਾ ਕਿ ਜਦੋਂ ਦੀਪ ਸਿੱਧੂ ਦੀ ਇਹ ਆਵਾਜ਼ ਉੱਠੀ ਜਾਂ ਉਹਨਾਂ ਨੇ ਇਸ ਗੱਲ ਨੂੰ ਉਭਾਰਿਆ, ਪੰਜਾਬ ਦਾ ਕੋਈ ਰਾਜਨੀਤਿਕ ਦਲ ਸਿਵਾਏ ਸਿਮਰਨਜੀਤ ਸਿੰਘ ਮਾਨ ਦੇ ਕਿਸੇ ਨੇ ਵੀ ਇਸ ਗੱਲ ਨੂੰ ਇਸ ਸ਼ਿੱਦਤ ਨਾਲ ਬਿਆਨ ਨਹੀਂ ਕੀਤਾ। ਕਈਆਂ ਨੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਕਿ ਹਿਜਾਬ ਨੂੰ ਚੁੰਨੀ ਨਾਲ ਤੁਲਨਾ ਨਾ ਦਿਓ, ਦਸਤਾਰ ਨਾਲ ਤੁਲਨਾ ਨਾ ਦਿਓ। ਉਹ ਇਸੇ 'ਤੇ ਹੀ ਆਪਣੀ ਸ਼ਕਤੀ ਲਾ ਰਹੇ ਸਨ ਕਿ ਇਹਨਾਂ ਨੂੰ ਵੱਖੋ ਵੱਖਰੇ ਕਰੋ, ਜਦ ਕਿ ਮਸਲਾ ਇਹ ਨਹੀਂ ਕਿ ਹਿਜਾਬ ਚੁੰਨੀ ਜਿੰਨਾ ਮਹੱਤਵਪੂਰਨ ਹੈ ਜਾਂ ਨਹੀਂ। ਗੱਲ ਇਹ ਹੈ ਕਿ ਆਰਟੀਕਲ ਆਫ ਫੇਥ ਹੈ, ਕਿਸੇ ਮਜ਼ਹਬ ਧਰਮ ਦੇ ਜੋ ਉਹਨਾਂ ਦੀਆਂ ਮਾਨਤਾਵਾਂ ਨੇ, ਉਹਨਾਂ ਦੀਆਂ ਮਨੌਤਾਂ ਨੇ, ਉਸ ਦਾ ਹਿੱਸਾ ਹੈ। ਸੋ ਦੀਪ ਸਿੱਧੂ ਨੇ ਜਦੋਂ ਇਹ ਗੱਲ ਕੀਤੀ, ਉਸ ਦੇ ਨਾਲ ਹੀ ਉਸ ਨੇ ਪੰਜਾਬ ਦੀ ਹੋਣੀ ਦੀ ਗੱਲ ਕੀਤੀ। ਫਿਰ ਇਸ ਤੋਂ ਅੱਗੇ ਇਸ ਤਕਰੀਰ ਦੇ ਵਿੱਚ ਹੀ ਉਸਨੇ ਕਈ ਗੱਲਾਂ ਐਸੀਆਂ ਬਿਆਨ ਕੀਤੀਆਂ। ਐਸੀਆਂ ਦਰਜਨਾਂ ਹੀ ਤਕਰੀਰਾਂ ਨੇ ਜਿਹੜੀਆਂ ਉਹ ਉਸ ਦੇ ਆਖਰੀ ਦਿਨਾਂ ਦੇ ਵਿੱਚ, ਜਿਹੜਾ ਕਿ ਫਰਵਰੀ 1 ਤੋਂ ਲੈ ਕੇ ਫਰਵਰੀ 12-13 ਦੇ ਦਰਮਿਆਨ ਵੱਖ-ਵੱਖ ਸਟੇਜਾਂ ਤੋਂ ਉਸਨੇ ਕਹੀਆਂ। ਉਹਨਾਂ ਦਿਨਾਂ ਦੇ ਵਿੱਚ ਇੱਕ ਹੌਬੀ ਧਾਲੀਵਾਲ ਨਾਂ ਦਾ ਉਸਦਾ ਸਾਥੀ ਕਲਾਕਾਰ ਉਹ BJP 'ਚ ਜਾ ਰਲਿਆ ਅਤੇ ਦੀਪ ਸਿੱਧੂ ਨੇ ਪ੍ਰਤੱਖ ਰੂਪ 'ਚ ਕਿਹਾ ਕਿ ਨਾ ਮੈਂ ਆਪਣੀਆਂ ਫਿਲਮਾਂ 'ਚ ਉਸ ਨੂੰ ਬਾਹਰ ਕਰ ਰਿਹਾ, ਬਲਕਿ ਇਸ ਤੋਂ ਬਾਅਦ ਸਿਧਾਂਤਕ ਸੋਚ ਹਮੇਸ਼ਾ ਹੀ ਉਸ ਦੇ ਨਾਲ ਵਖਰੇਵੇਂ 'ਤੇ ਜਾ ਚੜ੍ਹੀ ਹੈ। ਸੋ ਇਸ ਗੱਲ ਨੂੰ ਲੈ ਕੇ, ਅਜਿਹੀਆਂ ਹੋਰ ਮਿਸਾਲਾਂ ਨੂੰ ਲੈ ਕੇ ਬੜੀ ਚਰਚਾ ਹੁੰਦੀ ਹੈ। ਵਿਦੇਸ਼ਾਂ ਦੇ ਵਿੱਚ ਦੀਪ ਸਿੱਧੂ ਦੇ ਜੋ ਉਸ ਦੀ ਪਹੁੰਚ ਜਾਂ ਉਸ ਦੇ ਪ੍ਰਪੇਖ ਨੂੰ ਲੈ ਕੇ ਕਾਫੀ ਵਿਚਾਰਾਂ ਚੱਲੀਆਂ। ਵਿਚਾਰਧਾਰਾ ਨੂੰ ਲੈ ਕੇ ਉਸ ਦੀਆਂ ਤਸਵੀਰਾਂ ਵੀ ਵੱਖ-ਵੱਖ ਥਾਵਾਂ 'ਤੇ ਸਜਾਈਆਂ ਗਈਆਂ। ਅਲੱਗ-ਅਲੱਗ ਲੋਕ ਨੇ, ਕੁਝ ਉਹਨਾਂ ਨੂੰ ਯੋਧਾ ਮੰਨ ਰਹੇ ਨੇ, ਕੁਝ ਉਸ ਨੂੰ ਇੱਕ ਸ਼ਹੀਦ ਦੇ ਤੌਰ 'ਤੇ ਕਹਿ ਰਹੇ ਨੇ, ਕੁਝ ਤੁਲਨਾ ਕਰ ਰਹੇ ਨੇ। ਹਾਲਾਂਕਿ ਆਪਣੇ ਆਪ ਦੇ ਵਿੱਚ ਵਿਡੰਬਣਾ ਹੈ ਕਿ ਅਸੀਂ ਕਈ ਵਾਰ ਜਜ਼ਬਾਤੀ ਹੋ ਕੇ ਕਈ ਹੱਦਾਂ ਪਾਰ ਵੀ ਕਰ ਜਾਂਦੇ ਹਾਂ। ਪਰ ਇੱਕ ਗੱਲ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ ਕਿ ਦੀਪ ਸਿੱਧੂ ਨੇ ਕਈ ਗੱਲਾਂ ਨੂੰ ਇੱਕ ਮੰਚ 'ਤੇ ਲਿਆਂਦਾ, ਜਿਨ੍ਹਾਂ ਗੱਲਾਂ ਦੇ ਵਿੱਚ ਪਹਿਲਾ ਇਹ ਮੁੱਦਾ ਸੀ ਕਿ ਪੰਜਾਬ ਸਿਰਫ ਇੱਕ ਨਾਬਰੀ ਕਿਸਮ ਦੀ ਸੋਚ ਵਾਲਾ ਨਹੀਂ, ਪੰਜਾਬ ਦੇ ਨੌਜਵਾਨ ਟੇਬਲ 'ਤੇ ਬਹਿ ਕੇ ਵੀ ਗੱਲ ਕਰ ਸਕਦੇ ਨੇ। ਹਥਿਆਰ ਚੁੱਕਣ ਵੇਲੇ ਹਥਿਆਰ ਚੁੱਕਣੇ ਅਤੇ ਸਾਹਮਣੇ ਵਿਚਾਰ ਵੇਲੇ ਵਿਚਾਰ, ਇਹ ਗੱਲ ਉਸ ਦੇ ਲੈਕਚਰ ਦੇ ਵਿੱਚ ਬਾਰ-ਬਾਰ ਉੱਭਰਦੀ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਰਾਜਨੀਤਿਕ ਬਦਲ ਦੀ ਜਿਸ ਤਰ੍ਹਾਂ ਦੀ ਦੌੜ ਚੱਲ ਰਹੀ ਸੀ, ਉਸ ਦੇ ਖਿਲਾਫ ਉਸਨੇ ਆਵਾਜ਼ ਉਠਾਈ। ਇਹ ਇੱਕ ਬਹੁਤ ਵੱਡਾ ਇਸ ਵੇਲੇ ਕਹਿ ਸਕਦੇ ਹਾਂ ਕਿ ਵਿਚਾਰ ਦਾ ਪੱਖ ਹੈ, ਜਾਂ ਇਸ ਸਮੇਂ ਇਸ ਖੋਜ ਕਾਰਜ ਦਾ ਹਿੱਸਾ ਹੈ ਕਿ ਦੀਪ ਸਿੱਧੂ ਦੀ ਮੌਤ ਦੇ ਬਾਰੇ ਜਿਹੜੇ ਸਵਾਲ ਉੱਠ ਰਹੇ ਨੇ, ਉਹਨਾਂ ਦੀ ਜਾਂਚ ਹੋਵੇ। ਉਹਨਾਂ ਦੇ ਬਾਰੇ ਕੀ ਅੰਤਰਰਾਸ਼ਟਰੀ ਕੋਈ ਸੰਸਥਾ ਤੋਂ ਜਾਂਚ ਕਰਾਈ ਜਾਏ ਕਿ ਉਹੀ ਏਜੰਸੀਆਂ ਜਿਹੜੀਆਂ ਕਿ ਪਹਿਲਾਂ ਹੀ ਉਸ ਦੇ ਮਗਰ ਲੱਗੀਆਂ ਸਨ, ਉਹਨਾਂ ਤੋਂ ਕੋਈ ਆਸ ਦੀ ਕਿਰਨ ਬੂਰ ਪੈ ਸਕਦਾ ਜਾਂ ਨਹੀਂ। ਸੋ ਇਹਨਾਂ ਸਾਰੇ ਪੱਖਾਂ ਬਾਰੇ ਵਿਚਾਰ ਕਰਨ ਲਈ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ, ਜਿਨ੍ਹਾਂ ਨੇ ਪਿਛਲੇ ਹੀ ਦਿਨੀ ਆਰਟੀਕਲ ਲਿਖਿਆ ਇੱਕ ਬਹੁਤ ਵਿਸਤਾਰ 'ਚ ਦੀਪ ਸਿੱਧੂ ਦੇ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ਦੇ ਵਿੱਚ ਪਹੁੰਚ। ਇਹ ਉਸ ਦੀ ਵਿਚਾਰਧਾਰਕ ਪਹੁੰਚ ਨੂੰ ਸੰਬੋਧਿਤ ਹੈ। ਉਸ ਲੇਖ ਦੇ ਵਿੱਚ ਅੰਗਰੇਜ਼ੀ 'ਚ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੁਕਤਿਆਂ ਨੂੰ ਉਭਾਰਿਆ ਜਿਹੜੇ ਕਿ ਮਨੁੱਖੀ ਸਿਧਾਂਤ ਅਤੇ ਮਾਨਵਵਾਦੀ ਹੱਕਾਂ ਦੇ ਪ੍ਰਸੰਗ ਦੇ ਵਿੱਚ ਵਿਚਾਰਨਯੋਗ ਨੇ।
ਸੋ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ। ਪਹਿਲਾਂ ਤੁਸੀਂ ਬੜੇ ਖੋਜ ਨਾਲ ਆਰਟੀਕਲ ਜਿਹੜਾ ਲਿਖਿਆ ਤੇ ਉਹ ਵੱਖ-ਵੱਖ ਪਾਠਕਾਂ ਤੱਕ ਪਹੁੰਚਿਆ, ਦੀਪ ਸਿੱਧੂ ਦੇ ਵਿਚਾਰਧਾਰਕ ਪਹੁੰਚ ਨੂੰ ਲੈ ਕੇ। ਅਸੀਂ ਅੱਜ ਦੀ ਗੱਲਬਾਤ ਉੱਥੋਂ ਹੀ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਹੌਲੀ-ਹੌਲੀ ਉਸ ਰੌਸ਼ਨੀ 'ਚ ਵੱਖ-ਵੱਖ ਪਹਿਲੂਆਂ ਨੂੰ ਵਿਚਾਰਾਂਗੇ। ਬਹੁਤ ਮਿਹਰਬਾਨੀ ਇਹ ਮੌਕਾ ਦੇਣ ਲਈ। ਸੋ ਮੈਂ ਇਹੀ ਦੱਸਣਾ ਚਾਹੂੰਗਾ ਕਿ ਦੇਖੋ, ਦੋ ਤਿੰਨ ਗੱਲਾਂ ਨੇ ਜਿਸ ਦੇ ਕਰਕੇ ਮੈਂ ਆਰਟੀਕਲ ਲਿਖਿਆ ਸੀਗਾ ਜੀ। ਇੱਕ ਤਾਂ ਕੈਨੇਡਾ ਵਿੱਚ ਰਹਿੰਦੇ ਹੋਣ ਕਰਕੇ ਕੈਨੇਡਾ ਦੇ ਐਂਗਲ ਤੋਂ ਵੀ ਗੱਲ ਕਰਨੀ ਬਣਦੀ ਸੀ। ਹੁਣ ਹਾਲ ਹੀ ਵਿੱਚ ਅਸੀਂ ਵੇਖਦੇ ਹਾਂ ਕੁਬੈਕ ਦੇ ਵਿੱਚ ਕੀ ਹੋਇਆ। ਉਹਦੇ ਬਿੱਲ 21 ਲਿਆਇਆ ਗਿਆ, ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਾ ਦਿੱਤੀ ਗਈ। ਪਾਬੰਦੀ ਉਹ ਕਿਸੇ ਇੱਕ ਫਿਰਕੇ ਨੂੰ ਪ੍ਰਭਾਵਿਤ ਨਹੀਂ ਕਰ ਰਹੀ, ਸਭ ਨੂੰ ਕਰ ਰਹੀ ਹੈ। ਉਸ ਦੇ ਖਿਲਾਫ ਸਾਰੇ ਕੈਨੇਡਾ 'ਚ ਆਵਾਜ਼ ਉੱਠੀ ਹੈ। ਕੁਬੈਕ ਦੀ ਸਰਕਾਰ ਅੜੀ ਹੋਈ ਹੈ। ਫੈਡਰਲ ਸਰਕਾਰ ਨੇ ਇਹ ਕਹਿ ਕੇ ਪੱਲਾ ਝਾੜਦਾ ਕਿ ਸੂਬਾਈ ਮਾਮਲਾ ਹੈ, ਜਦੋਂ ਹੱਦੋਂ ਪਾਣੀ ਵੱਧ ਗਿਆ ਉਦੋਂ ਵੇਖਾਂਗੇ। ਬਾਕੀ ਪਾਰਟੀਆਂ ਵੀ ਲਗਭਗ ਜਿਹੜੀਆਂ ਪਤਰਾਬਾਜ਼ ਗਈਆਂ। ਸੋ ਉਹ ਮੁੱਦਾ ਕਾਫੀ ਲੋਕਾਂ ਨੂੰ ਰੜਕ ਰਿਹਾ ਕਿ ਸੈਕੂਲਰਿਜ਼ਮ ਦੇ ਨਾਂ 'ਤੇ ਇੱਕ ਬਿੱਲ ਇਹੋ ਜਿਹਾ। ਜੇ ਕੈਨੇਡਾ ਵਿੱਚ ਇੰਨੀ ਆਵਾਜ਼ ਉੱਠ ਰਹੀ ਹੈ ਤਾਂ ਫਿਰ ਤੁਸੀਂ ਇਹ ਵੇਖੋ ਕਿ ਦੀਪ ਸਿੱਧੂ ਦਾ ਇਹ ਕਹਿਣਾ ਕਿ ਅੱਜ ਉਹ ਜਿਹੜੇ ਹਿਜਾਬ ਨੂੰ ਹੱਥ ਪਾ ਰਹੇ ਨੇ, ਕੱਲ੍ਹ ਨੂੰ ਤੁਹਾਡੀ ਚੁੰਨੀਆਂ ਤੇ ਫਿਰ ਪੱਗਾਂ ਨੂੰ ਹੱਥ ਪਾਉਣਗੇ, ਇਹ ਗੱਲ ਸਮਝਣ ਵਾਲੀ ਹੈ। ਇੱਕ ਤੇ ਹਮਲਾ, ਸਭ ਤੇ ਹਮਲਾ ਦੀ ਸੋਚ ਇਸ ਵਿੱਚੋਂ ਪ੍ਰਤੱਖ ਰੂਪ 'ਚ ਨਜ਼ਰ ਆ ਰਹੀ। ਸੋ ਕੈਨੇਡਾ 'ਚ ਬੈਠੇ ਲੋਕ ਜੇ ਹਿਊਮਨ ਰਾਈਟਸ ਦੀ ਗੱਲ ਕਰਦੇ ਹੋਣ, ਬਿੱਲ 21 ਦੀ ਗੱਲ ਕਰਦੇ ਹੋਣ, ਤਾਂ ਦੀਪ ਸਿੱਧੂ ਦੀ ਇਸ ਗੱਲ ਨੂੰ ਘਟਾ ਕੇ ਵੇਖਣ ਦੀ ਥਾਂ 'ਤੇ ਉਸ ਨੂੰ ਜੋ ਬਣਦਾ ਸਥਾਨ ਉਹ ਦੇਣਾ ਬਣਦਾ, ਮੈਂ ਮਹਿਸੂਸ ਕੀਤਾ। ਦੂਜੀ ਗੱਲ ਕਿ ਦੀਪ ਸਿੱਧੂ ਬਾਰੇ ਬਾਰ-ਬਾਰ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਕਿਸੇ ਵੇਲੇ ਉਹ ਸਨੀ ਦਿਓਲ ਦਾ ਸਪੋਰਟਰ ਸੀ, ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਇਦ ਸਰਕਾਰ ਨੇ ਨਾ ਵਾੜਿਆ ਹੋਵੇ ਤਾਰਪੀਡੋ ਕਰਨ ਵਾਸਤੇ, ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰ ਅਖੀਰ 'ਚ ਉਸਨੇ ਆਪਣੇ ਆਪ ਨੂੰ ਲਕੀਰ ਇੱਕ ਖਿੱਚ ਕੇ ਸਾਬਿਤ ਕੀਤਾ ਕਿ ਮੈਂ ਕਿੱਥੇ ਖੜਾ। ਹੁਣ ਗੱਲ ਇਹ ਹੈ ਕਿ ਮਾਰਟਿਨ ਨੋਮਨਰ ਨੇ ਜਿਹੜੀ ਗੱਲ ਕਹੀ ਸੀ, ਉਸ ਨੂੰ ਵੀ ਦੀਪ ਸਿੱਧੂ ਇੱਕ ਵੱਖਰੇ ਰੂਪ 'ਚ ਦੁਹਰਾ ਰਿਹਾ। ਉਸ ਦੇ ਕਥਨ ਉਸ ਗੱਲ ਦੀ ਤਸਦੀਕ ਕਰਦੇ ਜੋ ਮਾਰਟਿਨ ਨੋਮਨਰ ਨੇ ਕਹੀ ਸੀ ਕਿ ਕੱਲ੍ਹ ਜਦੋਂ ਉਹ ਜਿਪਸੀਆਂ ਦੇ ਮਗਰ ਆਏ ਤਾਂ ਮੈਂ ਕੁਝ ਨਾ ਕਿਹਾ ਕਿਉਂਕਿ ਮੈਂ ਜਿਪਸੀ ਨਹੀਂ ਸੀਗਾ। ਫਿਰ ਉਹ ਯਹੂਦੀਆਂ ਦੇ ਮਗਰ ਆਏ, ਮੈਂ ਤਾਂ ਵੀ ਕੁਝ ਨਾ ਕਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਉਹ ਟ੍ਰੇਡ ਯੂਨੀਅਨਿਸਟਾਂ ਦੇ ਮਗਰ ਆਏ, ਮੈਂ ਤਾਂ ਵੀ ਚੁੱਪ ਰਿਹਾ ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀ। ਅਖੀਰ ਜਦੋਂ ਮੇਰੇ ਵੱਲ ਨੂੰ ਆਏ ਤਾਂ ਮੇਰੇ ਲਈ ਕੋਈ ਆਵਾਜ਼ ਚੁੱਕਣ ਵਾਲਾ ਬੱਚਾ ਹੀ ਨਹੀਂ ਸੀ। ਮਾਰਟਿਨ ਨੋਮਨਰ ਦੇ ਕਥਨ ਨੂੰ ਦੀਪ ਸਿੱਧੂ ਬਹੁਤ ਇੱਕ ਦੇਸੀ ਢੰਗ ਨਾਲ ਦੁਹਰਾ ਰਿਹਾ, ਉੱਥੋਂ ਦੀਆਂ ਜ਼ਮੀਨੀ ਹਕੀਕਤਾਂ ਦੇ ਮੁਤਾਬਕ। ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ, ਜਿਹੜੀ ਮੈਂ ਗੱਲ ਕਹਿਣ ਲੱਗਾ, ਕਿ ਦੀਪ ਸਿੱਧੂ ਨੇ ਜੇ ਇਹ ਮੋੜਾ ਕੱਟਿਆ ਤਾਂ ਇਹ ਯਾਦ ਰੱਖੋ ਕਿ ਮਾਰਟਿਨ ਨੋਮਨਰ ਜਿਸ ਦੇ ਕਥਨ ਇਹ ਬਾਰ-ਬਾਰ ਦੁਹਰਾਏ ਜਾਂਦੇ ਨੇ ਸਟੇਜਾਂ ਤੋਂ, ਉਸਨੇ ਵੀ ਮੋੜਾ ਕੱਟਿਆ ਸੀ। ਮਾਰਟਿਨ ਨੋਮਨਰ ਵੀ ਕਿਸੇ ਵੇਲੇ ਨਾਜ਼ੀਆਂ ਦਾ, ਹਿਟਲਰ ਦਾ ਪ੍ਰਸ਼ੰਸਕ ਹੁੰਦਾ ਸੀ। ਮਾਰਟਿਨ ਨੋਮਨਰ ਕਿਉਂਕਿ ਈਸਾਈ ਪ੍ਰਚਾਰਕ ਸੀ, ਜਦੋਂ ਉਸਦੇ ਹੱਕਾਂ 'ਤੇ ਛਾਪਾ ਪਿਆ ਉਸ ਤੋਂ ਬਾਅਦ ਉਹ 'ਚ ਸੋਝੀ ਆਈ, ਤਬਦੀਲੀ ਆਈ, ਫਿਰ ਉਸਨੇ ਬਿਲਕੁਲ ਪਾਸਾ ਵੱਟ ਲਿਆ ਔਰ ਅਖੀਰਲੇ ਪਲਾਂ ਤੱਕ ਜਾ ਕੇ ਉਹ ਡਟਵੇਂ ਰੂਪ ਦੇ ਵਿੱਚ ਨਸਲਵਾਦ ਦੇ ਖਿਲਾਫ ਬੋਲਦਾ ਰਿਹਾ। ਇੱਥੋਂ ਤੱਕ ਕਿ ਸਾਮਰਾਜੀ ਜੰਗਾਂ ਦੇ ਖਿਲਾਫ ਹੀ ਬੋਲਦਾ ਰਿਹਾ। ਅਸੀਂ ਆਪਣੇ ਇਤਿਹਾਸ ਤੋਂ ਦੇਖ ਲਈਏ, ਗੁਰੂ ਅੰਗਦ ਸਾਹਿਬ ਕਿਸੇ ਵੇਲੇ ਦੇਵੀ ਦੇ ਪੂਜਕ ਸੀਗੇ, ਬਾਅਦ 'ਚ ਉਹਨਾਂ ਨੇ ਕਿਹੜਾ ਰਾਹ ਲਿਆ। ਜੇ ਅਸੀਂ ਹੁਣ ਇਹੀ ਕਹੀ ਜਾਣਾ ਕਿ ਉਹ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹੁੰਦੇ ਸੀ, ਤੀਰਥ ਯਾਤਰਾ ਲਈ, ਉਹਦੀ ਕੀ ਸੈਂਸ ਬਣਦੀ ਹੈ। ਸੋ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ। ਕਈ ਵਾਰੀ ਜ਼ਿੰਦਗੀ 'ਚ ਮੋੜ ਆਉਂਦੇ ਨੇ, ਲੋਕਾਂ ਕੋਲ ਸੁਧਾਰ ਦੇ ਲਈ ਵੀ ਕੋਈ ਨਾ ਕੋਈ ਇੱਕ ਸਬੱਬ ਬਣ ਜਾਂਦਾ ਜੀ। ਸੋ ਦੀਪ ਸਿੱਧੂ ਦੇ ਕੇਸ ਵੀ ਇੱਦਾਂ ਹੀ ਹੋਇਆ। ਠੀਕ ਹੈ, ਕਿਸੇ ਵੇਲੇ ਉਹ ਸਨੀ ਦਿਓਲ ਦਾ ਸਪੋਰਟਰ ਰਿਹਾ, ਬੀਜੇਪੀ ਦਾ ਸਪੋਰਟਰ ਰਿਹਾ। ਬਾਅਦ ਜਿਹੜੀਆਂ ਪਰਿਸਥਿਤੀਆਂ ਬਦਲੀਆਂ, ਉਸ ਤੋਂ ਬਾਅਦ ਉਸ ਤੋਂ ਵੀ ਬਦਲਣ ਦਾ ਹੱਕ ਸੀਗਾ। ਪਰ ਅਫਸੋਸ ਦੀ ਗੱਲ ਕਿ 26 ਜਨਵਰੀ ਦੀ ਘਟਨਾ ਨੂੰ ਲੈ ਕੇ ਐਡਾ ਵੱਡਾ ਬਣਾ ਲਿਆ ਗਿਆ। ਇੱਕ ਤਾਂ 26 ਜਨਵਰੀ ਦੀ ਘਟਨਾ ਤੋਂ ਬਾਅਦ ਵੀ ਕਈ ਚਿਰ ਕਾਵਾਂ ਰੌਲੀ ਪਈ ਰਹੀ ਆ। ਹਾਲਾਂਕਿ ਨਿਸ਼ਾਨ ਸਾਹਿਬ 'ਚੋਂ ਲਾਇਆ ਗਿਆ ਸੀਗਾ, ਜਿਸ ਨੂੰ ਲੈਫਟ ਵਾਲੇ ਵੀ ਚੱਕੀ ਫਿਰਦੇ ਨੇ ਕਿ ਬੰਦਾ ਸਿੰਘ ਬਹਾਦਰ ਦਾ ਸਿੰਬਲ ਆ। ਜਦੋਂ ਸੂਟ ਨਹੀਂ ਕੀਤਾ ਉਹ ਖਾਲਸਾ ਦਾ ਝੰਡਾ ਬਣ ਗਿਆ। ਇਹ ਗੱਲਾਂ ਜਿਹੜੀਆਂ ਬੜੀਆਂ ਤਕਲੀਫ ਦੇ ਸੀਗੀਆਂ। ਸੋ ਇਹਦੇ ਬਾਰੇ ਲਿਖਣਾ ਬਣਦਾ ਸੀ। ਸੋ ਦੀਪ ਸਿੱਧੂ ਦੇ ਚਲਾਣੇ, ਬੇਵਕਤ ਚਲਾਣੇ ਤੋਂ ਬਾਅਦ ਜਿਹੜੇ ਹਾਲਾਤ ਬਣੇ, ਸੋ ਮੈਂ ਮਹਿਸੂਸ ਕਰਦਾ ਸੀ ਕਿ ਉਸ ਵੇਲੇ ਵੇਖਿਆ ਕਿ ਜਿਹੜਾ ਦੀਪ ਸਿੱਧੂ ਨੇ ਜੋ ਕਿਹਾ ਕਿ ਕੱਲ੍ਹ ਨੂੰ ਇਹ ਅੱਜ ਹਿਜਾਬ ਦੇ ਹੱਥ ਪਾਉਣਗੇ, ਕੱਲ੍ਹ ਨੂੰ ਇਹ ਚੁੰਨੀਆਂ ਤੇ ਪੱਗਾਂ 'ਤੇ ਪਾਉਣਗੇ, ਉਸ ਦੀ ਮੌਤ ਤੋਂ ਬਾਅਦ ਉਸ ਦੀ ਇਹ ਭਵਿੱਖਬਾਣੀ ਸੱਚ ਹੋ ਨਿਬੜੀ। ਕਰਨਾਟਕ ਵਿੱਚ ਜਦੋਂ ਇਹ ਹਿਜਾਬ 'ਤੇ ਹੱਥ ਪਾਇਆ ਗਿਆ, ਉਸ ਤੋਂ ਬਾਅਦ ਇਹ ਮਾਮਲਾ ਕੋਰਟ 'ਚ ਗਿਆ। ਹਾਈ ਕੋਰਟ ਨੇ ਇੰਟਰਿਮ ਆਰਡਰ ਕੱਢ ਕੇ ਕਿਹਾ ਕਿ ਜਦੋਂ ਤੱਕ ਫੈਸਲਾ ਨਹੀਂ ਹੁੰਦਾ, ਸਕੂਲਾਂ, ਵਿਦਿਅਕ ਅਦਾਰਿਆਂ ਵਿੱਚ ਧਾਰਮਿਕ ਚਿੰਨ੍ਹਾਂ 'ਤੇ ਰੋਕ ਲੱਗੀ ਰਹੇਗੀ। ਉਸ ਦੇ ਮੱਦੇਨਜ਼ਰ ਸਿੱਖ ਲੜਕੀ ਨੂੰ ਕੇਸਗੀ ਲਾਉਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਦੀਪ ਸਿੱਧੂ ਦੇ ਜਿਹੜੇ ਕਥਨ ਉਹ ਸੱਚ ਸਾਬਤ ਹੋਏ ਨੇ। ਜਿਹੜੀ ਗੱਲ ਉਹ ਪਹਿਲਾਂ ਕਹਿ ਰਿਹਾ ਸੀਗਾ ਉਹ ਮਗਰੋਂ ਸਾਬਤ ਹੋ ਗਈ ਹੈ। ਸੋ ਦੀਪ ਸਿੱਧੂ ਨੂੰ ਉਸ ਰੌਸ਼ਨੀ 'ਚ ਵੇਖਣ ਦੀ ਲੋੜ ਹੈ ਕਿ ਉਹ ਕਿਹੜੀ ਗੱਲ ਲਈ ਖੜਾ ਸੀ, ਕਿਹੜੀ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ। ਹੁਣ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਅਸੀਂ ਪੰਜਾਬ 'ਚ ਕਰਦੇ ਹਾਂ, ਉਸ ਨੁਕਤੇ ਨਿਗਾਹ ਤੋਂ, ਜਾਂ ਹਿਊਮਨ ਰਾਈਟਸ ਦੀ ਗੱਲ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਲੋਕਾਂ ਦੇ ਅਕੀਦੇ ਦੀ ਖਾਤਰ ਆਪਣਾ ਸੀਸ ਦਿੱਤਾ, ਸਾਡੇ ਕੋਲ ਤਾਂ ਇਤਿਹਾਸ ਪਿਆ ਹੋਇਆ। ਸੋ ਉਸ ਨੂੰ ਨਾਤੇ ਤੋਂ ਮੈਂ ਸਮਝਦਾ ਦੀਪ ਸਿੱਧੂ ਦੀ ਉਸ ਗੱਲ ਵਿੱਚ ਲਗਾਤਾਰਤਾ, ਉਸ ਦੀ ਖੂਬਸੂਰਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਰਿਕੋਗਨਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਦੀਪ ਸਿੱਧੂ ਦੇ ਆਪਣੇ ਵਿਚਾਰ ਹੋਣਗੇ, ਸਾਡੇ ਆਪਣੇ ਵਿਚਾਰ ਨੇ। ਜ਼ਰੂਰੀ ਨਹੀਂ ਕਿ ਸਾਰੇ ਵਿਚਾਰ ਸਾਡੇ ਮਿਲਦੇ ਹੋਣ।
ਵਿਚਾਰਾਂ ਦੇ ਮਤਭੇਦਾਂ ਤੋਂ ਬਾਵਜੂਦ ਵੀ ਅਸੀਂ ਕਿਸੇ ਇੱਕ ਮੰਚ ਤੇ ਇਕੱਠੇ ਹੋ ਸਕਦੇ ਹਾਂ, ਇੱਕ ਸਾਂਝੀ ਸੋਚ ਦੇ ਜਾਂ ਸਾਂਝੇ ਦੁਸ਼ਮਣ ਦੇ ਖਿਲਾਫ। ਆਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਇਹ ਗੱਲ ਬਿਲਕੁਲ ਪ੍ਰਤੱਖ ਹੈ ਕਿ ਦੀਪ ਸਿੱਧੂ ਦੇ ਇਸ ਸੰਦਰਭ 'ਚ ਲਿਖੇ ਇਸ ਲੇਖ ਤੋਂ ਕਈ ਇਸ ਤਰ੍ਹਾਂ ਦੇ ਨੁਕਤੇ ਜਿਹੜੇ ਕੈਨੇਡਾ ਦੇ ਵਿੱਚ ਅਸੀਂ ਵਸਦੇ ਲੋਕ ਜਾਣ ਸਕਦੇ ਹਾਂ, ਸਾਹਮਣੇ ਆਉਂਦੇ ਨੇ। ਇਹ ਗੱਲ ਦੋਹਰਾਵਾਂ ਨਹੀਂ ਕਿ ਕਿਊਬੈਕ ਦੇ ਵਿੱਚ ਜੋ ਕੁਝ ਹੋਇਆ, ਬਹੁਤ ਸਾਰੀਆਂ ਸੰਸਥਾਵਾਂ, ਚਾਹੇ ਵਿਸ਼ਵ ਸਿੱਖ ਸੰਸਥਾ ਨੇ ਕਿਸੇ ਸਮੇਂ ਕੇਸ ਵੀ ਲੜੇ ਹਿਜਾਬ ਦੇ ਮਾਮਲੇ 'ਚ, ਬਲਵਿੰਦਰ ਕੌਰ ਸ਼ੇਰਗਿੱਲ ਹੁਰਾਂ ਜਾਂ ਬਾਕੀ ਸਾਰਿਆਂ ਨੇ ਆਵਾਜ਼ ਉਠਾਈ ਉਸ ਵੇਲੇ। ਉਸ ਤੋਂ ਮਗਰੋਂ ਵੀ ਇਹ ਆਵਾਜ਼ ਉੱਠਦੀ ਰਹੀ ਕਿ ਕਿਸੇ ਦਾ ਜੋ ਧਾਰਮਿਕ ਚਿੰਨ੍ਹ ਹੈ ਉਸ 'ਤੇ ਜਬਰੀ ਪਾਬੰਦੀ ਲਾਉਣੀ ਗਲਤ ਹੈ। ਸਕੂਲਾਂ 'ਚ ਉਸ ਤੋਂ ਬਾਅਦ ਦਸਤਾਰਾਂ 'ਤੇ ਵੀ ਰੋਕ ਲੱਗੀ। ਜੇ ਉਸ ਵੇਲੇ ਸਾਨੂੰ ਇੱਥੇ ਬੈਠੇ ਤਕਲੀਫ ਹੋ ਰਹੀ ਸੀ, ਤੇ ਫਿਰ ਜੇ ਕਰਨਾਟਕਾ ਦੇ ਵਿੱਚ ਇਹ ਹਿਜਾਬ 'ਤੇ ਵੀ ਇਸ ਤਰ੍ਹਾਂ ਦਾ ਹੋਇਆ ਤੇ ਦਰਦ ਬਰਾਬਰ ਹੀ ਸੀ। ਇਹ ਗੱਲ ਵੀ ਸੱਚ ਹੈ ਕਿ ਉਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਆਗੂ ਨੇ ਜਾਂ ਸਾਡੇ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ, ਕਰਨਾਟਕਾ ਦੇ ਮਸਲੇ ਨੂੰ, ਉਹਨਾਂ ਹਿਜਾਬ ਨੂੰ ਇੱਕ ਵੱਖਰੇ ਤੌਰ 'ਤੇ ਦੇਖਿਆ ਤੇ ਵੋਟਾਂ ਦੇ ਦਿਨ ਹੋਣ ਕਾਰਨ ਆਪਣੀ ਜ਼ੁਬਾਨ ਬੰਦ ਰੱਖੀ, ਇਸ ਗੱਲ 'ਤੇ ਟਿੱਪਣੀ ਵੀ ਨਾ ਕੀਤੀ। ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਕੋਸ਼ਿਸ਼ ਕੀਤੀ ਕਿ ਇਸ ਨੂੰ ਹੋ ਪਰੇ ਕੀਤਾ ਜਾਏ, ਪਰ ਦੀਪ ਸਿੱਧੂ ਨੇ ਜਿਸ ਮੁਹਾਵਰੇ ਤੇ ਸੰਦਰਭ 'ਚ ਇਹ ਗੱਲ ਕੀਤੀ ਹੈ ਉਹ ਸਾਡੇ ਲਈ ਹਮੇਸ਼ਾ ਹੀ ਸੱਚ ਹੈ, ਕਿਉਂਕਿ ਸਾਡੇ ਵਿਰਾਸਤ ਦੇ ਪੱਖ ਨੇ। ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਭੈ ਕਾਹੂ ਕੋ ਦੇਤ ਨੇ ਨਹਿ ਪੈਮਾਨ ਤਾਨ, ਕੌ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਵਿਖਾਨ। ਉਹ ਗਿਆਨੀ, ਉਹ ਚੇਤਨ, ਉਹ ਜਾਗਰੂਕ ਹੈ, ਉਹ ਗਿਆਨਵਾਨ ਹੈ ਜਿਹੜਾ ਨਾ ਭੈ ਦਿੰਦਾ ਤੇ ਨਾ ਭੈ ਸਹਿੰਦਾ। ਤੇ ਮਨੁੱਖੀ ਹੱਕਾਂ ਦੇ ਪ੍ਰਸੰਗ 'ਚ ਵੀ ਇਹ ਗੱਲ ਸਪਸ਼ਟ ਹੈ ਕਿ ਜੇ ਕਿਸੇ ਦੇ ਉੱਪਰ ਜ਼ਿਆਦਤੀ ਹੁੰਦੀ ਹੈ ਤਾਂ ਉਸ ਲਈ ਬੋਲਣਾ। ਬਿਲਕੁਲ ਮਾਰਟਨ ਨੋਮਲਰ ਤੇ ਦੀਪ ਸਿੱਧੂ ਦੇ ਇਹਨਾਂ ਪੱਖਾਂ ਦੀ ਸਮਾਨਤਾ। ਇਹ ਗੱਲ ਵੀ ਸੱਚ ਹੈ ਕਿ ਦੀਪ ਸਿੱਧੂ ਨੇ ਨਾ ਸਿਰਫ ਬੀਜੇਪੀ ਜਾਂ ਸਨੀ ਦਿਓਲ ਜਾਂ ਦਿਓਲ ਪਰਿਵਾਰ ਤੋਂ ਹੀ ਆਪਣੇ ਆਪ ਨੂੰ ਵੱਖ ਕੀਤਾ, ਬਲਕਿ ਜਿਹੜੇ ਹੋਰ ਕਲਾਕਾਰ ਵੀ ਉਹਨਾਂ ਦਿਨਾਂ 'ਚ ਭੇਡ ਚਾਲ ਦੇ ਵਿੱਚ ਹੋੜ ਲੱਗੀ ਸੀ, ਕਿਸੇ ਨੂੰ ਡਰਾ ਧਮਕਾ ਕੇ ਸਾਮ ਦਾਮ ਦੰਡ ਭੇਦ ਨੀਤੀ ਨਾਲ ਹੀ ਬੀਜੇਪੀ 'ਚ ਸ਼ਾਮਲ ਕੀਤਾ ਜਾ ਰਿਹਾ ਸੀ। ਕਹਿੰਦੇ ਕਹਾਉਂਦੇ ਕਿਸਾਨ ਮੋਰਚੇ ਵਾਲੇ ਗ੍ਰੇਟ ਖਲੀ ਵਰਗੇ ਆਪਣੇ ਆਪ ਨੂੰ ਜਿਹੜੇ ਉਸ ਵੇਲੇ ਪਹੁੰਚੇ ਹੋਏ ਸਨ, ਜਿਨ੍ਹਾਂ ਨੂੰ ਉਸ ਵੇਲੇ ਟਰੋਲ ਵੀ ਕੀਤਾ ਗਿਆ, ਖਾਲਿਸਤਾਨੀ ਕਿਹਾ ਗਿਆ, ਪਰ ਐਨ ਜਾ ਕੇ ਬਹਿ ਗਏ ਮੁੜ ਕੇ ਬੀਜੇਪੀ ਦੇ ਹੱਕ 'ਚ। ਹੌਬੀ ਧਾਰੀਵਾਲ ਵਰਗੇ ਕਿੰਨਿਆਂ ਕੁ ਦੀ ਗਿਣਤੀ ਕਰੀਏ, ਦੀਪ ਸਿੱਧੂ ਦੇ ਸਰਕਲ ਦੇ ਜਿੰਨੇ ਬੰਦੇ ਸਨ, ਪਰ ਖੜ ਕੇ ਹਿੱਕ ਥਾਪੜ ਕੇ ਉਸਨੇ ਕਿਹਾ ਕਿ ਤੁਸੀਂ ਗਲਤ ਹੋ, ਤੁਹਾਡੇ ਨਾਲ ਹੁਣ ਕੋਈ ਵਾਸਤਾ ਨਹੀਂ ਹੈ, ਕੋਈ ਸਾਂਝ ਨਹੀਂ ਹੈ। ਇਸ ਤੋਂ ਵੱਡਾ ਹੋਰ ਪ੍ਰਮਾਣ ਕੀ ਚਾਹੀਦਾ। ਇਹ ਗੱਲ ਸੱਚ ਹੈ ਕਿ ਆਖਰੀ ਉਸ ਦੇ ਕਈ ਦਿਨਾਂ ਦੇ ਲਗਾਤਾਰ ਜਿਹੜੇ ਵੀਡੀਓ ਨੇ ਉਹਨਾਂ ਨੂੰ ਵੇਖ ਕੇ ਬਹੁਤ ਗੱਲਾਂ ਸਪਸ਼ਟ ਹੁੰਦੀਆਂ ਨੇ, ਜਿਹੜੇ ਭਰਮ ਭੁਲੇਖੇ ਪਾਏ ਜਾਂਦੇ ਨੇ ਵਾਰ-ਵਾਰ, ਜਿਨ੍ਹਾਂ ਨੂੰ ਆਲੋਚਨਾ ਕਰਨ ਲਈ ਹੀ ਮੁੱਦਾ ਬਣਾਇਆ ਜਾਂਦਾ ਹੈ ਕਿ ਜਸਟ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਅਸੀਂ ਕਰਨਾ ਹੀ ਹੈ ਕ੍ਰਿਟਿਸਿਜ਼ਮ। ਇਹ ਗਲਤ ਹੈ। ਜਿਹੜੀ ਉਸ ਵਿਅਕਤੀ ਦੀ ਵਿਸ਼ੇਸ਼ਤਾ ਹੈ ਉਸ ਦੀ ਪ੍ਰਸ਼ੰਸਾ ਕਰੋ, ਜੇ ਕੋਈ ਕਮਜ਼ੋਰੀ ਹੈ ਉਸ ਦੀ ਆਲੋਚਨਾ ਕਰੋ, ਪਰ ਮਿੱਥ ਕੇ ਆਲੋਚਨਾ ਕਰਨੀ, ਜਿਹੜੀ ਕਿ ਅੱਜ ਕੱਲ੍ਹ ਲੇਖਕਾਂ ਦੀ ਵੀ ਤੇ ਖੱਬੇ ਪੱਖੀ ਜਾਂ ਅਗਾਂਹ ਵਧੂ ਉਹਨਾਂ ਦੀ ਵੀ ਇੱਕ ਸੋਚ ਬਣ ਚੁੱਕੀ ਹੈ, ਉਹ ਆਪਣੇ ਮਨ 'ਚੋਂ ਕੱਢਦੇ ਨੇ। ਉਹਨਾਂ ਨੂੰ ਮਾਰਟਨ ਨੋਮਲਰ ਤਾਂ ਪ੍ਰਵਾਨ ਹੈ, ਜਿਹੜਾ ਪਹਿਲਾਂ ਯਹੂਦੀ ਸੀ, ਨਾਜ਼ੀਵਾਦ ਦਾ ਸਪੋਰਟਰ ਸੀ, ਪਰ ਬਾਅਦ 'ਚ ਅਗਾਂਹ ਵਧੂ ਬਣਿਆ, ਪਰ ਦੀਪ ਸਿੱਧੂ ਉਹਨਾਂ ਦੇ ਪੈਮਾਨੇ 'ਤੇ ਪੂਰਾ ਨਹੀਂ ਉਤਰਦਾ। ਖੈਰ, ਉਸ ਨੇ ਜਿਹੜੀ ਇੱਕ ਖਾਸ ਕਿਸਮ ਦੇ ਨੈਰੇਟਿਵ ਦੀ ਵਿਰੋਧਤਾ ਕੀਤੀ ਹੈ, ਉਹ ਵਿਰੋਧਤਾ ਬਹੁਤ ਸਾਰੀਆਂ ਗੱਲਾਂ ਸਾਹਮਣੇ ਲਿਆਉਂਦੀ ਹੈ। ਅਸੀਂ ਥੋੜ੍ਹਾ ਉਸ 'ਤੇ ਜ਼ਰੂਰ ਵਿਸ਼ਾਲ ਚਿੰਤਨ ਦੇ ਵਿੱਚ, ਖਿਆਲ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਸ ਕਿਸਮ ਦਾ ਮਾਹੌਲ ਦੀਪ ਸਿੱਧੂ ਨੇ ਵਾਰ-ਵਾਰ ਪੰਜਾਬੀਆਂ ਨੂੰ ਚਿਤਾਰਿਆ ਕਿ ਤੁਹਾਡਾ ਮਸਲਾ ਤੁਹਾਡੀ ਹੋਂਦ ਦਾ ਮਸਲਾ ਹੈ, ਤੁਹਾਡਾ ਮਸਲਾ ਤੁਹਾਡੀ ਆਇਡੈਂਟੀਟੀ ਦਾ ਮਸਲਾ ਹੈ। ਕੇਵਲ ਗੱਲ ਇੱਥੋਂ ਤੱਕ ਨਹੀਂ ਕਿ ਹਿਜਾਬ ਤੱਕ ਹੈ ਜਾਂ ਕੇਵਲ ਗੱਲ ਕਿਸੇ ਹੋਰ ਤੱਕ ਹੈ, ਇਹ ਤੁਹਾਡੇ ਤੱਕ ਆਉਣੀ ਹੈ, ਹੁਣ ਆ ਵੀ ਚੁੱਕੀ ਹੈ। ਇਸ ਗੱਲ ਨੂੰ ਲੈ ਕੇ ਉਸਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਦਿੱਲੀ ਤੋਂ ਆ ਰਹੀਆਂ ਪਾਰਟੀਆਂ ਪੰਜਾਬ ਦੀ ਗੱਲ ਕਰਦੀਆਂ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਪੰਜਾਬ ਦੇ ਪਾਣੀਆਂ ਦੀ ਪਰਵਾਹ ਨਹੀਂ, ਹੱਕਾਂ ਦੀ ਪਰਵਾਹ ਨਹੀਂ, ਤੇ ਉਹ ਦੋਗਲੀ ਪਹੁੰਚ ਦੇ ਨਾਲ ਹੀ ਚੱਲਣਗੀਆਂ। ਅਖੀਰ ਨੂੰ ਉਹ ਵੀ ਉਸੇ ਦਾ ਬਦਲ ਹੀ, ਉਸੇ ਕਿਸਮ ਦਾ ਹੀ ਨਿਬੜਨਗੀਆਂ ਜਿਹੜਾ ਪਹਿਲਾਂ ਸੀ। ਸੋ ਜਦੋਂ ਅਸੀਂ ਤੁਲਨਾਤਮਕ ਵਿਸ਼ਲੇਸ਼ਣ ਕਰਦੇ ਹਾਂ ਪੰਜਾਬ ਦੇ ਕੁੱਲ ਰਾਜਨੀਤਿਕ ਸੰਦਰਭ ਤੇ ਦੀਪ ਸਿੱਧੂ ਦੇ ਵਿਚਾਰਧਾਰਕ ਪਹੁੰਚ ਜਾਂ ਉਸ ਦੇ ਵੱਲੋਂ ਪੰਜਾਬ ਦੀ ਹੋਂਦ, ਪੰਜਾਬੀਆਂ ਦੀ ਹੋਂਦ, ਤੇ ਨਾਲ ਹੀ ਉਸ ਦੇ ਵੱਲੋਂ ਜਿਹੜੇ ਸਿੱਖ ਆਇਡੈਂਟੀਟੀ ਦੇ ਸੰਬੰਧ ਦੇ ਵਿੱਚ ਉੱਠੇ ਮਸਲੇ, ਉਸ ਦੇ ਵਿੱਚ ਉਸਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਵੀ ਕਿਹਾ, ਕਈਆਂ ਨੂੰ ਇਹ ਹੁੰਦਾ ਕਿ ਜਿਹੜਾ ਇੱਕ ਅੰਮ੍ਰਿਤਧਾਰੀ ਸਿੱਖ ਤੇ ਗੈਰ ਅੰਮ੍ਰਿਤਧਾਰੀ, ਪਰ ਸਿੱਖਾਂ ਦੇ ਪਰਿਵਾਰ ਦੇ ਵਿੱਚ ਜਿਨ੍ਹਾਂ ਦੀ ਦ੍ਰਿੜ ਨਿਸ਼ਚਾ ਗੁਰੂ ਸਾਹਿਬ ਦੇ ਉਸ ਸਿਧਾਂਤ 'ਤੇ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਂਝੇ ਤੌਰ 'ਤੇ ਸਾਂਝੀ ਵੱਲ ਸਦਾਇਨ ਦਾ ਰੱਖਿਆ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਕਾਇਦਾ ਤੌਰ 'ਤੇ ਮਾਨਸਕੀ ਜਾਤ ਸਭੇ ਏਕੇ ਪਹਿਚਾਨ ਵੋ ਦਾ ਰੱਖਿਆ। ਸੋ ਦੀਪ ਸਿੱਧੂ ਨੇ ਇਹ ਦੂਰੀਆਂ ਖਤਮ ਕਰਨ ਦੇ ਵਿੱਚ ਇੱਕ ਐਸੀ ਭੂਮਿਕਾ ਨਿਭਾਈ ਜਿਹੜੀ ਕਿ ਉਸ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਲੱਖਾਂ ਹੀ ਨੌਜਵਾਨ ਉਹਨਾਂ ਦੇ ਵਿੱਚ ਉਹ ਵੇਖਣ ਨੂੰ ਮਿਲੀ। ਉਸ ਬਾਰੇ ਕੀ ਸੋਚਦੇ ਹੋ?
ਮੈਂ ਇਸ ਦਾ ਸਵਾਲ ਦਾ ਜਵਾਬ ਵੱਖਰੇ ਰੂਪ 'ਚ ਦੇਣਾ ਚਾਹੂੰਗਾ। ਜੀ। ਉਹਦਾ ਇਹ ਕਿ ਦੇਖੋ, ਮੈਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਪਰੇਸ਼ਾਨੀ ਵੀ ਹੁੰਦੀ ਕਈ ਵਾਰੀ ਕਿ ਕਿਸ ਤਰੀਕੇ ਨਾਲ ਜ਼ਿਆਦਤੀਆਂ ਹੁੰਦੀਆਂ ਮੀਡੀਆ ਵੱਲੋਂ, ਹਾਂਜੀ ਔਰ ਜਿਹੜਾ ਪੱਖਪਾਤ ਵੀ। ਹੁਣ ਰਾਕੇਸ਼ ਟਕੈਤ ਦੀ ਮਿਸਾਲ ਲਓ। ਰਾਕੇਸ਼ ਟਕੈਤ ਦਾ ਨਾਂ ਕਿਸੇ ਵੇਲੇ ਮੁਜ਼ੱਫਰ ਹਿੰਸਾ ਨਾਲ ਜੁੜਿਆ ਹੋਇਆ ਸੀ, ਬੀਜੇਪੀ ਦਾ ਸਪੋਰਟਰ ਸੀ। ਉਹਨੇ ਪਲਟੀ ਮਾਰੀ ਹੈ, ਉਹਨੂੰ ਕੁਐਸਚਨ ਕਿਸੇ ਨੇ ਨਹੀਂ ਕੀਤਾ, ਉਹਦੇ ਬਾਰੇ ਤੇ ਇਹ ਵੀ ਕ੍ਰੈਡਿਟ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਹੰਝੂਆਂ ਕਰਕੇ ਮੋਰਚਾ ਸਫਲ ਹੋਇਆ। ਉਹਦੇ ਹੰਝੂ ਬਹੁਤ ਵੱਡੇ ਹੋ ਗਏ, ਹਾਲਾਂਕਿ ਮੁਜ਼ੱਫਰਨਗਰ ਦੀ ਹਿੰਸਾ ਵੀ ਸ਼ਾਮਲ ਸੀਗਾ। ਮੈਂ ਨਹੀਂ ਕਹਿ ਰਿਹਾ ਕਿ ਉਸਨੇ ਪਾਸਾ ਨਹੀਂ ਵਟਿਆ ਹੋਣਾ ਜਾਂ ਉਸਨੇ ਦੀਪ ਸਿੱਧੂ ਵਾਂਗੂ ਰਾਹ ਨਹੀਂ ਬਦਲਿਆ ਹੋਣਾ। ਮੈਂ ਕਹਿਣਾ ਇਹ ਚਾਹ ਰਿਹਾ ਕਿ ਜਦੋਂ ਇੱਕ ਨੂੰ ਤੁਸੀਂ ਇੰਨਾ ਚੱਕ ਦਿੰਦੇ ਹੋ, ਉਹਦੇ ਕੁਕਰਮ ਵੀ ਇਗਨੋਰ ਕਰ ਦਿੰਦੇ ਹੋ, ਦੂਜੇ ਦੇ ਕੇਸ 'ਚ ਤੁਹਾਡੀ ਪਹੁੰਚ ਬਿਲਕੁਲ ਵੱਖਰੀ ਹੈ ਕਿਉਂਕਿ ਉਹ ਘੱਟ ਗਿਣਤੀ ਫਿਰਕੇ ਨਾਲ ਜੁੜਿਆ ਹੋਇਆ। ਇਹ ਪੱਖਪਾਤ ਨਜ਼ਰ ਆ ਹੀ ਰਿਹਾ ਨਾ, ਜਾਂ ਤਾਂ ਨਜ਼ਰ ਨਾ ਆ ਰਿਹਾ ਹੋਵੇ। ਇਹ ਤਾਂ ਸਾਨੂੰ ਸਮਝਣਾ ਹੀ ਪੈਣਾ ਕਿ ਦੀਪ ਸਿੱਧੂ ਕਿਸ ਫਿਰਕੇ ਤੋਂ ਆਇਆ ਅਤੇ ਉਸ ਦੇ ਪ੍ਰਤੀ ਇੱਕ ਖਾਸ ਕਿਸਮ ਦੀ ਪਹੁੰਚ, ਰਾਕੇਸ਼ ਟਕੈਤ ਪ੍ਰਤੀ ਇੱਕ ਵੱਖਰੇ ਕਿਸਮ ਦੀ ਉਲਾਰ ਪਹੁੰਚ ਜਾਂ ਉਦਾਰ ਪਹੁੰਚ, ਇਹ ਜਿਹੜੀ ਦੋ ਪਹੁੰਚਾਂ ਨੇ ਇਹਨਾਂ ਵਿੱਚ ਜਿਹੜਾ ਅੰਤਰ ਹੈ ਉਹਨੂੰ ਸਮਝੋ ਕਿ ਕੌਣ ਤੈਅ ਕਰਦਾ ਇਸ ਕਿਸਮ ਦਾ ਡਿਸਕੋਰਸ, ਇਸ ਕਿਸਮ ਦਾ ਨੈਰੇਟਿਵ। ਇਹ ਬਹੁਤ ਜ਼ਿਆਦਾ ਇੱਕ ਦਿੱਕਤ ਭਰਪੂਰ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ। ਹੁਣ ਦੀਪ ਸਿੰਘ ਸਿੱਧੂ ਦੇ ਕੇਸ ਦੇ ਵਿੱਚ ਦੇਖੋ ਕਿ ਜਦੋਂ ਉਸ ਦੀ ਮੌਤ ਹੁੰਦੀ ਹੈ, ਵੱਡਾ ਮੀਡੀਆ ਇੱਕ ਤੋਂ ਬਾਅਦ ਇੱਕ ਹੈਡਲਾਈਨਾਂ ਲਾ ਰਿਹਾ ਕਿ 26 ਜਨਵਰੀ ਦੀ ਘਟਨਾ ਦਾ ਸ਼ੱਕੀ, ਉਸ ਘਟਨਾ ਦਾ ਐਕਿਊਜ਼ਡ ਉਹ ਮਰਿਆ, ਜਿਵੇਂ ਸਿਰਫ ਉਹਦੀ ਪਛਾਣ ਉਸ ਘਟਨਾ ਤੱਕ ਹੀ ਸੀਮਤ ਸੀ। ਜਿਹੜੀ ਉਸ ਦੀ ਪਛਾਣ ਉਸ ਤੋਂ ਪਰਾਂ ਸੀ, ਇੱਕ ਫਿਲਮੀ ਕਲਾਕਾਰ ਵਜੋਂ ਜਾਂ ਇੱਕ ਕਿਸਾਨ ਨੇਤਾ ਵਜੋਂ, ਉਸ 'ਤੇ ਤਾਂ ਗੱਲਬਾਤ ਘੱਟ ਹੋਈ ਆ ਹੈਡਲਾਈਨਾਂ ਵਿੱਚ ਜਿਸ ਤਰੀਕੇ ਦੀ ਪੇਸ਼ਕਾਰੀ ਕੀਤੀ ਗਈ। ਸੋ ਇਹ ਆਪਣੇ ਆਪ 'ਚ ਮਤਲਬ ਇੱਕ ਸਮੱਸਿਆ ਬਹੁਤ ਵੱਡੀ। ਦੀਪ ਸਿੰਘ ਸਿੱਧੂ ਪੰਜਾਬ ਦੀ ਧਰਤੀ ਤੋਂ ਆਇਆ, ਉਸ ਨੂੰ ਵਿਰਾਸਤ 'ਚ ਕਾਫੀ ਕੁਝ ਮਿਲਿਆ। ਉਸਦੇ ਮਨ 'ਚ ਇੱਕ ਵਲਵਲਾ ਸੀ ਕਿ ਮੈਂ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਪਛਾਣ ਦੇ ਮੁੱਦੇ ਨੂੰ ਲੈ ਕੇ ਤੁਰਾਂ, ਜਿਸ ਦਾ ਉਹਨੂੰ ਹੱਕ ਸੀਗਾ। ਰਾਕੇਸ਼ ਟਕੈਤ ਭਾਵੇਂ ਮੁਜ਼ੱਫਰਨਗਰ ਦੀ ਹਿੰਸਾ 'ਚ ਸ਼ਾਮਿਲ ਰਿਹਾ ਹੋਵੇ, ਮੋਦੀ ਦਾ ਗੁੱਡਾ ਬੰਦਾ ਰਿਹਾ ਹੋਵੇ, ਅੱਜ ਉਸ ਤੋਂ ਉਲਟ ਹੋ ਗਿਆ ਅਤੇ ਉਹ ਹੀਰੋ ਬਣ ਗਿਆ। ਪਰ ਸਿੱਧੂ ਦੇ ਮਾਮਲੇ 'ਚ ਆਪਾਂ ਇਸ ਤਰ੍ਹਾਂ ਦੀ ਮਤਲਬ ਉਹਨੂੰ ਕੋਈ ਰਿਆਇਤ ਦੇਣ ਲਈ ਤਿਆਰ ਨਹੀਂ। ਮੈਨੂੰ ਇਹ ਵੀ ਲੱਗਦਾ ਇਸ ਤਰ੍ਹਾਂ ਜੇ ਆਪਾਂ ਧਿਆਨ ਨਾਲ ਠੰਡੇ ਦਿਮਾਗ ਸੋਚੀਏ ਕਿ ਜਦੋਂ ਮੋਰਚਾ ਚੱਲ ਰਿਹਾ ਸੀਗਾ ਤਾਂ 26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕ ਫੋਟੋ ਬਾਹਰ ਆਉਂਦੀ ਹੈ ਕਿ ਦੀਪ ਸਿੱਧੂ ਮੋਦੀ ਨਾਲ ਵੇਖਿਆ ਗਿਆ ਜਾਂ ਬੀਜੇਪੀ ਦੇ ਆਲਾ ਲੀਡਰਾਂ ਦੇ ਨਾਲ। ਉਹ ਫੋਟੋ ਕੱਢਣ 'ਚ ਲਾਭ ਕਿਹਨੂੰ ਹੋਇਆ ਹੋਣਾ ਤੁਸੀਂ ਆਪੇ ਸੋਚ ਲਓ। ਸਿੱਧੂ ਨੂੰ ਤਾਂ ਕੋਈ ਲਾਭ ਨਹੀਂ ਹੋਇਆ। ਸਿੱਧੂ ਦਾ ਘੇਰਾ ਤੇ ਹੋਰ ਸੁੰਗੜ ਗਿਆ ਜਦੋਂ ਸਿੱਖ ਹਲਕੇ ਨੂੰ ਧੱਕਿਆ ਗਿਆ, ਮਿਨੋਰਟੀ ਦੇ ਨਾਲ ਜੁੜਨ ਕਰਕੇ ਹੋਰ ਅੱਗੇ ਧੱਕਿਆ ਗਿਆ। ਮਾਨ ਦੇ ਸਾਹਮਣੇ ਵੀ ਕੋਈ ਇਹੋ ਜਿਹਾ ਪੋਲੀਟੀਕਲ ਫੀਚਰ ਤਾਂ ਹੈ ਨਹੀਂ ਕਿ ਮੁੱਖ ਮੰਤਰੀ ਬਣਨ ਲੱਗਾ, ਫਿਰ ਵੀ ਉਸ ਪਾਰਟੀ ਨਾਲ ਜੁੜਿਆ। ਇਹਨੂੰ ਉਸ ਐਂਗਲ ਤੋਂ ਵੀ ਸਮਝਣਾ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੀਆਂ ਕੁਝ ਗੱਲਾਂ ਨੇ ਇਹ ਦੱਸਦੀਆਂ ਨੇ ਕਿ ਕਿਧਰੇ ਨਾ ਕਿਧਰੇ ਵੱਡਾ ਫਰਕ ਹੈ ਕਿ ਤੁਸੀਂ ਜੇ ਕਿਸੇ ਘੱਟ ਗਿਣਤੀ ਫਿਰਕੇ ਨਾਲ ਜੁੜੇ ਹੋਏ ਹੋ, ਤੁਹਾਡੇ ਸਰੋਕਾਰ ਜੁੜੇ ਹੋਏ ਨੇ ਪੰਜਾਬ ਨਾਲ, ਤੁਹਾਨੂੰ ਇੱਕ ਖਾਸ ਨਜ਼ਰ ਨਾਲ ਵੇਖਿਆ ਜਾਊਗਾ। ਜੇ ਬਹੁ ਗਿਣਤੀ ਤੋਂ ਆਉਂਦੇ ਹੋ ਤੁਹਾਨੂੰ ਵੱਖਰੇ ਨਜ਼ਰ ਨਾਲ ਵੇਖਿਆ ਜਾਊਗਾ। ਇਹ ਜਿਹੜਾ ਵੱਡਾ ਫਰਕ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਸੱਚ ਹੈ ਜੀ, ਬਿਲਕੁਲ। ਪੱਤਰਕਾਰਾਂ ਦੇ ਜੇਕਰ ਪ੍ਰਸੰਗ ਦੇ ਵਿੱਚ ਵੀ ਇਹ ਗੱਲ ਕਰੀਏ, ਜਿਨ੍ਹਾਂ ਨੇ ਉਹ ਫੋਟੋ ਜਿਹੜੀ ਕਿ ਕੁਝ ਸਾਲ ਪਹਿਲਾਂ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਖੁੱਲ੍ਹੇਆਮ ਦੀਪ ਸਿੱਧੂ ਲੁੱਕ ਕੇ ਨਹੀਂ, ਉਸ ਸਮੇਂ ਸਨੀ ਦਿਓਲ ਜਿਨ੍ਹਾਂ ਦੇ ਦਿਓਲ ਪਰਿਵਾਰ ਦਾ ਲੀਗਲ ਐਡਵਾਈਜ਼ਰ ਸੀ, ਉਹ ਖੁੱਲ੍ਹ ਕੇ ਉਹਦੀ ਸਪੋਰਟ ਕਰ ਰਿਹਾ ਸੀ, ਨਾਲ ਖੜਾ ਸੀ। ਇਹ ਕੋਈ ਗੁਪਤ ਏਜੰਡਾ ਤਾਂ ਹੈ ਨਹੀਂ ਸੀ ਕਿ ਉਹ ਫੋਟੋ ਕੋਈ ਨਵੀਂ ਆ ਗਈ। ਦਰਅਸਲ ਸਵਾਲ ਇਹ ਹੀ ਸੀ ਕਿ ਕਿਸ ਤਰੀਕੇ ਨਾਲ ਇਹ ਇੱਕ ਇਹੋ ਜਿਹਾ ਜਿਹੜਾ ਬਿਰਤਾਂਤ ਸਿਰਜ ਲਿਆ ਜਾਏ ਕਿ ਬੰਦੇ ਨੂੰ ਬਿਲਕੁਲ ਇਸ ਤਰ੍ਹਾਂ ਸਾਬਤ ਕਰ ਦਿੱਤਾ ਜਾਵੇ ਕਿ ਇਹ ਅਸਲ ਦੇ ਵਿੱਚ ਸਰਕਾਰ ਦਾ ਬੰਦਾ ਹੈ ਅਤੇ ਇਹ ਕਿਸਾਨ ਮੋਰਚੇ ਨੂੰ ਖਰਾਬ ਕਰ ਰਿਹਾ ਅਤੇ ਬੀਜੇਪੀ ਦਾ ਬੰਦਾ। ਆਹ ਫੋਟੋ ਦੇਖੋ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ ਕਿ ਹੋਰ ਜਿੰਨੇ ਵੀ ਬੀਜੇਪੀ ਨਾਲ ਪਹਿਲਾਂ ਜੱਫੀਆਂ ਪਾਉਂਦੇ ਰਹੇ ਜਾਂ ਸਰਕਾਰ ਪ੍ਰਸਤ ਰਹੇ, ਉਹਨਾਂ ਦੀ ਤਸਵੀਰ ਨਹੀਂ ਲਿਆਂਦੀ ਗਈ। ਜਿਵੇਂ ਕਿ ਰਾਕੇਸ਼ ਟਕੈਤ ਜਿਸ ਨੇ ਬਾਅਦ ਦੇ ਵਿੱਚ ਆਪਣਾ ਇੱਕ ਵੱਖਰਾ ਪੱਖ ਪੇਸ਼ ਕੀਤਾ ਕਿ ਮੁਜ਼ੱਫਰਨਗਰ ਦੀ ਹਿੰਸਾ ਵੇਲੇ ਉਸ ਦੀਆਂ ਤਸਵੀਰਾਂ ਨਹੀਂ ਹੋਣਗੀਆਂ ਜਾਂ ਪਹਿਲਾਂ ਬੀਜੇਪੀ ਦੀ ਜਾਂ ਮੋਦੀ ਦੀ ਸਪੋਰਟ ਦੇ ਵੇਲੇ ਉਹ ਨਹੀਂ ਹੋਣਗੀਆਂ, ਪਰ ਕਿਸੇ ਨੇ ਜ਼ਾਹਰ ਨਹੀਂ ਕੀਤੀਆਂ। ਇਹ ਇੱਥੇ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਖਾਸ ਮਿੱਥ ਕੇ ਕਿਸੇ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ ਉਹ ਕਿੰਨਾ ਖਤਰਨਾਕ ਹੈ। ਹੁਣ ਇਸ ਨਿਸ਼ਾਨੇ ਨੂੰ ਅਜੇ ਖਤਮ ਨਹੀਂ ਕੀਤਾ ਗਿਆ, ਇਹ ਨਿਸ਼ਾਨੇ 'ਤੇ ਨਿਸ਼ਾਨੇ ਹੋਰ ਲੱਗ ਰਹੇ ਨੇ। ਉਸ ਦੇ ਮਰਨ ਤੋਂ ਬਾਅਦ ਵੀ ਉਹ ਨਫ਼ਰਤ ਜਿਹੜੀ ਹੈ ਇੱਕ ਸੈਲਾਬ ਜਿਹਾ ਬਣੀ ਪਈ ਹੈ। ਜਿੱਥੇ ਉਸ ਦਾ ਪਿਆਰ ਕਰਨ ਵਾਲੇ ਲੱਖਾਂ ਦੀ ਤਾਦਾਦ 'ਚ ਨੇ, ਉੱਥੇ ਆਲੋਚਕਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਨਾਇਕ ਕਿਉਂ ਬਣ ਰਿਹਾ, ਇਸ ਨੂੰ ਪ੍ਰਸ਼ੰਸਾ ਕਿਉਂ ਮਿਲ ਰਹੀ ਹੈ। ਆਮ ਜਿਹੜੇ ਨਫ਼ਰਤ ਰੱਖਣ ਵਾਲੇ ਆ ਉਹਨਾਂ ਦੀ ਗੱਲ ਤਾਂ ਛੱਡੋ, ਜਿਹੜੇ ਸਾਡੇ ਮਾਸ਼ਰੇ ਦੇ ਵਿੱਚ ਸਿਆਣੇ ਮੰਨੇ ਜਾਂਦੇ ਨੇ, ਚਿੰਤਕ ਮੰਨੇ ਜਾਂਦੇ ਨੇ, ਬੁੱਧੀਜੀਵੀ ਪੱਤਰਕਾਰ ਮੰਨੇ ਜਾਂਦੇ ਨੇ, ਉਹਨਾਂ ਦੀ ਪਹੁੰਚ ਦੇਖ ਲਓ। ਇੱਥੇ ਅਸੀਂ ਆਉਂਦੇ ਪੰਜਾਬੀ ਟ੍ਰਿਬਿਊਨ ਅਦਾਰੇ 'ਚ ਸਵਰਾਜ ਵੀਰ ਬੜੇ ਆਰਟੀਕਲ, ਬੜੇ ਲੇਖ, ਬਹੁਤ ਉਹਨਾਂ ਦੀ ਪ੍ਰਸ਼ੰਸਾ ਜਾਂ ਬੜੇ ਵੱਖਰੇ ਤੌਰ 'ਤੇ ਇਹ ਕਿਹਾ ਗਿਆ ਜੀ ਇਹਨਾਂ ਦੀ ਜਿਹੜੀ ਦੇਣ ਹੈ ਬਹੁਤ ਵੱਡੀ ਹੈ। ਪਰ
ਕੀ ਇਹ ਦੀਪ ਸਿੱਧੂ ਦਾ ਜਾਂ ਇਸ ਪ੍ਰਸੰਗ ਦੇ ਵਿੱਚ ਅੱਜ ਦੇ ਘਟਨਾਕ੍ਰਮ ਦਾ ਜਿਹੜਾ ਇਹ ਮੋੜ ਹੈ ਇੰਨਾ ਜ਼ਿਆਦਾ ਬੁਰਾ ਲੱਗ ਰਿਹਾ ਜਾਂ ਇੰਨਾ ਮਾੜਾ ਹੈ ਕਿ ਇਸ ਤੇ ਕਸ਼ੀਦਗੀ ਦੀਆਂ ਟਿੱਪਣੀਆਂ ਵੀ ਤੇ ਨਾਲ ਇੱਕ ਤਰ੍ਹਾਂ ਆਪਣਾ ਪਾਸਾ ਉਲਟ ਪਾਸੇ ਵੱਲ ਮੋੜ ਕੱਟ ਲੈਣਾ, ਜਿਹੜਾ ਕਿ ਉਹਦੇ ਹੁਣ ਚਹੇਤੇ ਵੀ ਇਸ ਗੱਲ ਤੇ ਹੈਰਾਨ ਨੇ ਕਿ ਕੀ ਹੋ ਰਿਹਾ। ਜਦੋਂ ਮੈਂ ਪਾਸਾ ਪਲਟਣ ਦੀ ਗੱਲ ਦੇਖਦਾ, ਮਾੜੇ ਪਾਸੇ ਨੂੰ ਛੱਡ ਕੇ ਚੰਗੇ ਪਾਸੇ ਆਉਣ ਦੀ ਜਿੱਥੇ ਪ੍ਰਸ਼ੰਸਾ ਹੁੰਦੀ ਹੈ, ਉੱਥੇ ਪੀੜਤ ਵਰਗ ਨਾਲੋਂ ਹਟ ਕੇ ਸਥਾਪਤੀ ਵੱਲ ਨੂੰ ਝੁਕ ਜਾਣ ਦੀ ਇਹ ਮਿਸਾਲ ਸਾਡੇ ਸਾਹਮਣੇ ਹੈ। ਗੱਲ ਇਸ ਤਰ੍ਹਾਂ ਕਿ ਦੇਖੋ, ਜਿਹੜੇ ਲੋਕ ਕਿੰਤੂ ਪਰੰਤੂ ਕਰ ਰਹੇ ਦੀਪ ਸਿੰਘ ਸਿੱਧੂ ਬਾਰੇ, ਉਹਨਾਂ ਨੂੰ ਪਹਿਲੀ ਗੱਲ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਤੁਸੀਂ ਕਰਨੀ ਹੈ, ਆਲੋਚਨਾ ਵੀ ਕਰਨੀ ਹੈ, ਤਾਂ ਸੰਭਲ ਕੇ ਕਰੋ। ਮੈਂ ਦੂਜੇ ਪਾਸੇ ਤੋਂ ਵੀ ਕਹਿਣਾ ਚਾਹੂੰਗਾ, ਜਿਹੜੇ ਦੀਪ ਸਿੱਧੂ ਨੂੰ ਬਹੁਤਾ ਚੁੱਕ ਕੇ ਉਹਨੂੰ ਸ਼ਹੀਦ ਬਣਾ ਰਹੇ ਆ, ਦੇਖੋ ਅਜੇ ਕੋਈ ਸਾਬਤ ਨਹੀਂ ਹੋਇਆ ਕਤਲ ਹੋਇਆ ਕਿ ਨਹੀਂ ਹੋਇਆ। ਜੇ ਕਤਲ ਹੋਏਗਾ ਤਾਂ ਹੀ ਅਸੀਂ ਸ਼ਹੀਦ ਬਣ ਸਕਦੇ ਹਾਂ। ਅਜੇ ਗੱਲ ਸਾਬਤ ਨਹੀਂ ਹੋਈ, ਭਾਵੁਕ ਹੋ ਕੇ ਜੋ ਮਰਜ਼ੀ ਕਹੀ ਜਾਓ। ਕੋਈ ਸੰਤ ਜਰਨੈਲ ਸਿੰਘ ਭੰਡਾਣਾ ਨਾਲ ਉਸ ਨੂੰ ਉਮੀਦ ਰਿਹਾ, ਜਿਹੜੀ ਕਿ ਮੈਂ ਸਮਝਦਾ ਜ਼ਿਆਦਤੀ ਹੈ। ਇੱਕ ਵਿਅਕਤੀ ਨੇ ਕਿਸੇ ਵੇਲੇ ਫੌਜ ਨਾਲ ਸਿੱਧਾ 10 ਪੰਜਾ ਲਿਆ ਹੋਵੇ, ਜਾਨ ਦੇਤੀ ਹੋਵੇ, ਉਹਦੀ ਤੁਲਨਾ ਇੱਕ ਵਿਅਕਤੀ ਨਾਲ ਕਰਨੀ ਜਿਹਦੀ ਹਾਦਸੇ 'ਚ ਮੌਤ ਹੋਈ ਹੋਵੇ। ਠੀਕ ਹੈ, ਤੁਹਾਡੇ ਗਮ ਨੂੰ ਮੈਂ ਸਮਝਦਾ, ਪਰ ਕਈ ਵਾਰੀ ਆਪਾਂ ਉਲਾਰ ਹੋ ਕੇ ਗੱਲ ਨੂੰ ਬਾੜਾ ਚੱਕ ਲੈਂਦੇ ਹਾਂ। ਉਸ ਤੁਸੀਂ ਦੇਖੋ, ਅਜੀਤ ਸਿੰਘ ਬੈਂਸ ਚੱਲ ਵਸੇ, ਐਡੇ ਵੱਡੇ ਮਨੁੱਖੀ ਅਧਿਕਾਰਾਂ ਦੇ ਵਕੀਲ, ਉਹਨਾਂ ਦੀ ਗੱਲ ਬਿਲਕੁਲ ਕਿਤੇ ਹੋਈ ਨਹੀਂ। ਉਸ ਤੋਂ ਬਾਅਦ ਗੱਲ ਹਾਸ਼ੀਏ 'ਤੇ ਧੱਕੀ ਗਈ। ਅਸੀਂ ਮੀਡੀਆ ਦੇ ਉੱਤੇ ਗਿਲਾ ਕੀਤਾ ਸੀਗਾ, ਅਸੀਂ ਪੰਥਕ ਧਿਰਾਂ 'ਤੇ ਵੀ ਗਿਲਾ ਕਰਦੇ ਹਾਂ ਕਿ ਤੁਸੀਂ ਕਿੰਨਾ ਕੁ ਯਾਦ ਰੱਖਿਆ ਉਹਨਾਂ ਨੂੰ। ਅੱਜ ਦੀਪ ਸਿੱਧੂ ਵੱਡਾ ਹੋ ਗਿਆ, ਉਦੋਂ ਛੋਟਾ ਹੋ ਗਿਆ। ਸੋ ਥੋੜ੍ਹਾ ਜਿਹਾ ਤੁਸੀਂ ਵੀ ਆਪਣੀ ਸਵੈ ਪੜਚੋਲ ਕਰੋ। ਮੈਂ ਇਸ ਗੱਲ ਨਾਲ ਖੜਾ ਕਿ ਦੀਪ ਸਿੰਘ ਸਿੱਧੂ ਦੇ ਨਾਲ ਜਿਸ ਕਿਸਮ ਦੀ ਬੇਹਯਾਈ ਨਾਲ ਉਸ ਦੀ ਆਲੋਚਨਾ ਹੋ ਰਹੀ ਹੈ, ਜਿਸ ਲੈਵਲ 'ਤੇ ਹੋ ਰਹੀ ਹੈ, ਉਸ ਦੀ ਮੈਂ ਡਟ ਕੇ ਆਲੋਚਨਾ ਕਰਦਾ। ਔਰ ਮੈਂ ਸਮਝਦਾ ਉਸ ਦੀ ਮੌਤ ਦੇ ਮਾਮਲੇ 'ਚ ਪੜਤਾਲ ਲਾਜ਼ਮੀ ਹੋਣੀ ਚਾਹੀਦੀ ਹੈ। ਇਹ ਨਹੀਂ ਪਤਾ ਕਿ ਕਰੂ ਕੌਣ ਔਰ ਕਿਵੇਂ ਹੋਏਗੀ। ਸ਼ਾਇਦ ਅਜੀਤ ਸਿੰਘ ਬੈਂਸ ਵਰਗੇ ਲੋਕ ਜਾਂ ਮਾਨਸਾ ਵਰਗੇ ਲੋਕ ਕੋਈ ਨਾ ਕੋਈ ਆਪਣੀ, ਜਿਹਨੂੰ ਕਹਿੰਦੇ ਪੈਰਲਲ ਜਾਂਚ ਕਰਕੇ ਕੋਈ ਸਿੱਟਾ ਬਾਹਰ ਕੱਢ ਦੇਣ। ਉਹਦੀ ਬਿਲਕੁਲ ਲੋੜ ਆ ਔਰ ਹੋਣੀ ਵੀ ਚਾਹੀਦੀ ਹੈ। ਦੀਪ ਸਿੰਘ ਸਿੱਧੂ ਦੀ ਬੇਵਕਤ ਮੌਤ ਦੇ ਨਾਲ ਇੱਕ ਖਲਾਅ ਪੈਦਾ ਹੋ ਗਿਆ ਸਿੱਖ ਭਾਈਚਾਰੇ 'ਚ, ਉਸ ਦੀ ਪੀੜ ਵੀ ਮੈਨੂੰ ਸਮਝ ਆ ਰਹੀ ਹੈ। ਦੂਜੇ ਪਾਸੇ ਜਿਹੜਾ ਦੂਜਾ ਲਾਣਾ ਉਲਾਰ ਹੋ ਕੇ ਉਸ ਦੇ ਬਾਰੇ ਬਹੁਤ ਬੇਤੁਕੀਆਂ ਗੱਲਾਂ ਕਰ ਰਿਹਾ, ਜਿਵੇਂ ਕਿ ਮਿਸਾਲ ਦੇ ਤੌਰ 'ਤੇ ਪਹਿਲਾਂ ਆਪਾਂ ਡਿਸਕਸ ਕੀਤਾ ਕਿ ਉਸ ਦੇ ਮਰਨ ਤੋਂ ਬਾਅਦ ਹੈਡਲਾਈਨਾਂ ਵਿੱਚ ਉਸ ਨੂੰ 26 ਜਨਵਰੀ ਦੀ ਘਟਨਾ ਦਾ ਦੋਸ਼ੀ ਜਾਂ ਸ਼ੱਕੀ ਵਿਅਕਤੀ ਕਰਾਰ ਦਿੱਤਾ ਗਿਆ। ਬਾਕੀ ਸਾਰੇ ਗੱਲਾਂ 'ਤੇ ਪੋਚਾ ਫੇਰਿਆ ਗਿਆ। ਇਸੇ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਜਿਹੜੇ ਲੋਕ ਉਸ ਦੀ ਜਿਹੜੇ ਨਿੱਜੀ ਸੰਬੰਧਾਂ ਬਾਰੇ ਵੀ ਸਵਾਲ ਉਠਾ ਰਹੇ ਨੇ, ਕਿਉਂਕਿ ਵਿਆਹ ਵਰਿਆ ਸੀਗਾ, ਬੱਚੀ ਸੀ ਉਹਦੀ, ਕਿੰਨਾ ਪਰਿਸਥਿਤੀਆਂ ਵਿੱਚ ਉਹ ਉਹਨਾਂ ਤੋਂ ਦੂਰ ਰਹਿ ਰਿਹਾ ਸੀਗਾ, ਕਿੰਨਾ ਪਰਿਸਥਿਤੀਆਂ 'ਚ ਇੱਕ ਔਰਤ ਨਾਲ ਉਸ ਦੇ ਸੰਬੰਧ ਬਣੇ। ਇਹ ਨਿੱਜੀ ਮਾਮਲੇ ਨੇ, ਕਿਸੇ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ, ਹਾਲਾਂਕਿ ਸਾਡੀ ਗੱਲ ਸਾਰੀ ਪੋਲੀਟੀਕਲ ਲੈਵਲ 'ਤੇ ਹੋਣੀ ਚਾਹੀਦੀ ਕਿ ਪੋਲੀਟੀਕਲ ਪਹੁੰਚ ਦੇ ਵਿੱਚ ਤੁਹਾਡੇ ਕਿਸੇ ਗੱਲ 'ਤੇ ਮਤਭੇਦ ਹੋ ਵੀ ਸਕਦੇ ਆ। ਜ਼ਰੂਰੀ ਨਹੀਂ ਕਿ ਮੈਂ ਵੀ ਦੀਪ ਸਿੱਧੂ ਦੀ ਹਰ ਗੱਲ ਨਾਲ ਸਹਿਮਤ ਹੋਵਾਂ ਜਾਂ ਦੀਪ ਸਿੱਧੂ ਸਾਡੇ ਵਰਗੇ ਲੋਕਾਂ ਨਾਲ ਹਰ ਗੱਲ ਤੋਂ ਸਹਿਮਤ ਹੋਵੇ, ਪਰ ਸਾਨੂੰ ਇੱਕ ਗੱਲ ਤਾਂ ਮੰਨਣੀ ਪੈਣੀ ਨਾ ਕਿ ਜਦੋਂ ਸਾਂਝੇ ਦੁਸ਼ਮਣ ਦੀ ਗੱਲ ਸੀਗੀ, ਉੱਥੇ ਦਾ ਸਟੈਂਡ ਬੜਾ ਸਪਸ਼ਟ ਸੀਗਾ। ਜਿਹੜਾ ਅਖੀਰਲੇ ਮੈਸੇਜ ਉਹਨੇ ਕਿਹਾ ਕਿ ਅੱਜ ਹਿਜਾਬ ਦੀ ਗੱਲ ਹੈ, ਕੱਲ੍ਹ ਨੂੰ ਦਸਤਾਰ ਅਤੇ ਚੁੰਨੀਆਂ ਦੀ ਵਾਰੀ ਹੈ, ਔਰ ਉਹ ਗੱਲ ਸੱਚ ਹੋ ਨਿਬੜੀ ਹੈ। ਸੋ ਸਾਨੂੰ ਉੱਧਰ ਧਿਆਨ ਦੇਣਾ ਚਾਹੀਦਾ ਕਿ ਸਾਡਾ ਮੁੱਖ ਦੁਸ਼ਮਣ ਕੌਣ ਹੈ। ਆਹ ਜਿਹੜੀ ਕਾਮਾਂ ਰੌਲੀ ਹੈ, ਇਸ ਦੇ ਚਲਦਿਆਂ ਸਿਵਾਏ ਸਥਾਪਤੀ ਨੂੰ ਫਾਇਦਾ ਪਹੁੰਚਾਉਣ ਦੇ ਕੱਖ ਨਹੀਂ ਹੋ ਰਿਹਾ। ਸੋ ਦੀਪ ਸਿੱਧੂ ਦੇ ਜਿਉਂਦਿਆਂ ਜੀ ਵੀ ਉਸ ਦਾ ਜਿਸ ਤਰ੍ਹਾਂ ਤਿਰਸਕਾਰ ਕੀਤਾ ਗਿਆ, 26 ਜਨਵਰੀ ਦੀ ਘਟਨਾ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਗਿਆ, ਔਰ ਚੱਲ ਵਸਣ ਤੋਂ ਬਾਅਦ ਜਿਹੜੇ ਲੋਕ ਆਪਣੀ ਭਾਵਨਾਵਾਂ 'ਚੋਂ ਉਸ ਨੂੰ ਸ਼ਰਧਾਂਜਲੀ ਦੇ ਰਹੇ ਆ, ਕਿਉਂਕਿ ਇੱਕ ਸਿਆਸੀ ਤੌਰ 'ਤੇ ਇੱਕ ਲੀਡਰਸ਼ਿਪ ਦਾ ਖਲਾਅ ਪੈਦਾ ਹੋਇਆ ਪੰਜਾਬ 'ਚ ਸਨਾਟਾ ਛਾ ਗਿਆ। ਸਾਨੂੰ ਮੰਨਣਾ ਪੈਣਾ ਕਿ ਲੋਕਾਂ ਦੇ ਵਿੱਚ ਉਸ ਦੀ ਫੋਲੋਇੰਗ ਸੀਗੀ। ਉਹਦੇ ਬੜੇ ਕਾਰਨ ਸੀ। ਇੱਕ ਤਾਂ ਉਹ ਅਦਾਕਾਰ ਸੀ, ਸੋਹਣੀ ਦਿੱਖ ਵਾਲਾ ਸੀ, ਔਰ ਕਾਫੀ ਚਿਰ ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਸੀ। ਇਹ ਨਹੀਂ ਕਿ ਸਿਰਫ 26 ਜਨਵਰੀ ਤੋਂ ਦੇ ਲਾਗੇ ਬੰਨੇ ਜਾ ਕੇ ਉਸ ਦੀ ਪ੍ਰਸਿੱਧੀ ਵਧੀ ਹੈ, ਪ੍ਰਸਿੱਧੀ ਉਸ ਦੀ ਪਹਿਲਾਂ ਵੀ ਸੀਗੀ। ਜਿਹੜੇ ਉਸ ਦੇ ਮਗਰ ਲੱਗ ਕੇ ਦਿੱਲੀ ਤੱਕ ਗਏ ਆ, ਉਹ ਐਵੇਂ ਨਹੀਂ ਗਏ। ਸੋ ਇਸ 'ਤੇ ਹੈਰਾਨ ਹੋਣ ਦੀ ਕੋਈ ਲੋੜ ਨਹੀਂ। ਜੇ ਤੁਹਾਡੇ ਕੋਲ ਅੱਜ ਉਸ ਦੀ ਟੱਕਰ ਦਾ ਕੋਈ ਲੀਡਰ ਨਹੀਂ ਗਾ ਤੇ ਤੁਹਾਡੇ ਵਰਗਿਆਂ ਕੋਲ ਕੋਈ ਆਉਣ ਨੂੰ ਤਿਆਰ ਨਹੀਂ, ਨਾ ਤੁਹਾਡੀ ਸੋਸ਼ਲ ਮੀਡੀਆ 'ਤੇ ਫੋਲੋਇੰਗ ਹੈ, ਤਾਂ ਤੁਸੀਂ ਆਪਣੀ ਸਵੈ ਪੜਚੋਲ ਕਰੋ। ਦੀਪ ਸਿੱਧੂ ਦੀ ਫੋਲੋਇੰਗ ਤੋਂ ਸਾੜਾ ਖਾਣ ਦੀ ਕੀ ਲੋੜ ਆ? ਉਹਦੇ ਬਾਰੇ ਭੱਦੀਆਂ ਸ਼ਬਦਾਵਲੀਆਂ ਵਰਤਣ ਦੀ ਕੀ ਲੋੜ ਆ? ਉਹਦੇ ਬਾਰੇ ਉਲਾਰ ਹੋ ਕੇ ਇਸ ਤਰ੍ਹਾਂ ਦੀਆਂ ਨਾਵਾਚਕ ਗੱਲਾਂ ਕਰਨ ਦੀ ਕੀ ਲੋੜ ਆ? ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਕਿ ਸਰਕਾਰ ਕੀ ਕਰ ਰਹੀ। ਔਰ ਅਫਸੋਸ ਦੀ ਗੱਲ ਕਿ ਜਿਹੜੇ ਕਿਸਾਨ ਨੇਤਾ ਕਹਾਉਂਦੇ ਨੇ ਆਪਣੇ ਆਪ ਨੂੰ, ਪਹਿਲੀ ਗੱਲ ਕਿ ਉਹ ਭੰਗੜੇ ਪਾ ਕੇ ਤੁਸੀਂ ਵਾਪਸ ਆਏ ਹੋ ਪੰਜਾਬ ਦੇ ਵਿੱਚ ਕਿ 3 ਕਾਨੂੰਨ ਵਾਪਸ ਕਰਾਤੇ, ਬਹੁਤ ਚੰਗੀ ਗੱਲ ਆ, ਪਰ ਅਜੇ ਮਿਸ਼ਰੇ ਦਾ ਅਸਤੀਫਾ ਨਹੀਂ ਤੁਸੀਂ ਲੈ ਸਕੇ। ਨਤੀਜਾ ਇਹ ਹੋਇਆ ਕਿ ਅਜੇ ਮਿਸ਼ਰੇ ਦੇ ਬੇਟੇ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਵੱਡੀ ਬੇਸ਼ਰਮੀ ਦੀ ਗੱਲ ਕਿਹੜੀ ਹੋਏਗੀ? ਫਿਰ ਤੁਸੀਂ ਆ ਕੇ ਪੰਜਾਬ 'ਚ ਚੋਣਾਂ ਲੜ ਰਹੇ ਹੋ, ਸ਼ਰੇਆਮ ਐਂਟੀ ਬੀਜੇਪੀ ਵੋਟਾਂ ਸਪਲਿਟ ਕਰ ਰਹੇ ਹੋ। ਉਸ 'ਤੇ ਸਵਾਲ ਕੌਣ ਕਰੂਗਾ? ਜੇ ਦੀਪ ਸਿੰਘ ਸਿੱਧੂ ਬਾਰੇ ਤੁਸੀਂ ਇਹ ਕਹਿੰਦੇ ਹੋ ਕਿ ਕਿਸਾਨ ਮੋਰਚੇ ਨੂੰ ਢਾਹ ਲਾਉਣ ਲਈ ਅੱਗੇ ਆਇਆ ਸੀ, ਤੁਸੀਂ ਕਿਹਨੂੰ ਢਾਹ ਲਾ ਰਹੇ ਹੋ? ਤੁਸੀਂ ਤਾਂ ਖੁਦ ਬੀਜੇਪੀ ਦੇ ਖਿਲਾਫ ਜਿਹੜੀ ਵੋਟ ਆ ਉਸ ਨੂੰ ਸਪਲਿਟ ਕਰ ਰਹੇ ਹੋ। ਮੇਰਾ ਅੱਜ ਵੀ ਮੰਨਣਾ ਕਿ ਇਹ ਲੜਾਈ ਜਿਹੜੀ ਸਾਂਝੇ ਤੌਰ 'ਤੇ ਲੜੀ ਜਾ ਰਹੀ ਸੀ ਸ਼ੁਰੂ ਵਿੱਚ, ਬਹੁਤ ਚੰਗੇ ਲੱਛਣ ਸੀਗੇ ਇਸ ਦੇ, ਨਿਕਲ ਸਕਦੇ ਸੀ ਸਿੱਟੇ ਵੀ। ਅਖੀਰ 'ਚ ਜੋ ਜਾ ਕੇ ਬਦਮਜ਼ਗੀ ਹੋਈ ਹੈ ਆਪਸ ਵਿੱਚ ਲੈਫਟ ਵਾਲੇ ਅਤੇ ਸਿੰਘਾਂ ਦਾ ਲਾਣਾ ਦਾੜੋ ਦਾੜੀ ਜਿਹੜੇ ਹੋਏ ਨੇ, ਇਸ ਦੇ ਨਾਲ ਸਰਕਾਰ ਨੂੰ ਫਾਇਦਾ ਵੱਧ ਹੋਇਆ ਔਰ ਲੋਕਾਂ ਨੂੰ ਨੁਕਸਾਨ ਵੱਧ ਹੋਇਆ। ਬਿਲਕੁਲ ਜੀ, ਇਹ ਸਰਕਾਰ ਦੇ ਫਾਇਦੇ ਦਾ ਨਤੀਜਾ ਹੀ ਹੈ ਜਿਹੜਾ ਕਿ ਉਹੀ ਕਿਸਾਨ ਆਗੂ ਜਿਹੜੇ ਕਿ ਦੁਫਾੜ ਹੋਏ ਨੇ, ਕੁਝ ਵੋਟਾਂ 'ਚ ਖੜ ਗਏ,
ਕਈ ਵੋਟਾਂ ਦਾ ਬਾਈਕਾਟ ਕਰਕੇ ਬੈਠ ਗਏ, ਕਈਆਂ ਨੇ ਕਿਹਾ ਜੋ ਮਰਜ਼ੀ ਹੈ ਕਰ ਲਓ। ਇਹ ਜਿਹੜਾ ਇੱਕ ਅਜੀਬ ਕਿਸਮ ਦਾ ਵਰਤਾਰਾ ਚੱਲਿਆ, ਉਸ ਵਰਤਾਰੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਸਾਂਝ ਸੀ ਉਸ ਨੂੰ ਸੱਟ ਮਾਰੀ। ਤੇ ਇਹ ਵੀ ਗੱਲ ਸੱਚ ਹੈ ਕਿ ਜਿਹੜੀ ਲਖੀਮਪੁਰ ਖੀਰੀ ਦੀ ਘਟਨਾ ਹੈ, ਉਸ ਘਟਨਾ ਦੇ ਵਿੱਚ ਵੀ ਜਿਹੜੇ ਕਿਸਾਨ ਆਗੂਆਂ ਦੀ ਉਸ ਦੇ ਇਨਸਾਫ ਲਈ ਲੜਾਈ ਬਿਲਕੁਲ ਅਧੂਰੀ ਰਹੀ, ਨਾ ਕਾਮਯਾਬ ਹੋਏ। ਹਕੂਮਤ ਨੇ ਆਪਣੀ ਚਾਲ ਚੱਲੀ। ਦੀਪ ਸਿੱਧੂ ਦੀ ਸਾਡੇ ਕੋਲ ਇੱਕ ਰਿਕਾਰਡਿੰਗ ਹੈ, ਸਮੇਂ ਦੀ ਨਜ਼ਾਕਤ ਕਾਰਨ ਅਸੀਂ ਉਸ ਨੂੰ ਪੇਸ਼ ਨਹੀਂ ਕਰ ਸਕਦੇ, ਪਰ ਤੁਸੀਂ ਜ਼ਰੂਰ ਸੋਸ਼ਲ ਮੀਡੀਆ ਤੇ ਦੇਖ ਸਕਦੇ। ਜਦੋਂ ਲਖੀਮਪੁਰ ਖੀਰੀ ਦੀ ਘਟਨਾ ਹੋਈ ਤਾਂ ਉਹ ਇਹ ਗੱਲ ਕਹਿ ਰਿਹਾ ਕਿ ਮੈਂ ਇੱਕ ਲੀਗਲ ਪੁਆਇੰਟ ਆਫ ਵਿਊ ਤੇ ਇੱਕ ਵਕੀਲ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਸਾਰੀ ਘਟਨਾ ਦੇ ਸਬੰਧ ਦੇ ਵਿੱਚ ਸਰਕਾਰ ਨੇ ਸਿਰਫ ਤੇ ਸਿਰਫ ਮਗਰਮੱਛ ਦੇ ਹੰਝੂ ਕੇਰਨ ਦੇ ਲਈ ਮਿਸ਼ਰਾ ਨੂੰ ਅੰਦਰ ਭੇਜਿਆ। ਉਹਦਾ ਕੇਸ ਇੰਨਾ ਕੁ ਕਮਜ਼ੋਰ ਹੈ, ਇੰਨਾ ਜ਼ਿਆਦਾ ਜਿਹੜਾ ਖਸਤਾ ਹੈ ਕਿ ਜਦੋਂ ਉਹ ਅਦਾਲਤ 'ਚ ਜਾਏਗਾ ਇਹਨੂੰ ਜ਼ਮਾਨਤ ਮਿਲੇਗੀ। ਇਹ ਦੀਪ ਸਿੱਧੂ ਦੇ ਸ਼ਬਦ ਸਨ ਤੇ ਹੋਇਆ ਬਿਲਕੁਲ ਹੀ ਉਵੇਂ। ਜਦੋਂ ਉਹ ਕੇਸ ਦੀ ਸੁਣਵਾਈ ਹੋਈ ਤਾਂ ਉਹ ਜ਼ਮਾਨਤ ਲੈ ਕੇ ਬਾਹਰ ਆ ਗਿਆ। ਉਧਰ ਯੂਪੀ ਦੀਆਂ ਵੋਟਾਂ ਸਨ ਤੇ ਉਹ ਲਗਾਤਾਰ ਜਿਹੜਾ ਪੂਰਾ ਉਸ ਦਾ ਲੈਕਚਰ ਹੈ ਉਸ ਦੇ ਵਿੱਚ ਉਹਨੇ ਸਾਰੇ ਉਸ ਤੋਂ ਘਟਨਾ ਤੋਂ ਪਿਛਲੇ ਪੱਖ ਬੜੇ ਵਿਸਤਾਰ ਨਾਲ ਪੇਸ਼ ਕੀਤੇ ਨੇ। ਇਹ ਗੱਲਾਂ ਸੋਚਣ ਵਾਲੀਆਂ ਨੇ ਕਿ ਜਿਸ ਤਰ੍ਹਾਂ ਉਸ ਬੰਦੇ ਦੀ ਅਪਰੋਚ ਪਹੁੰਚ ਰਹੀ ਜਾਂ ਜਿਸ ਕਿਸਮ ਦਾ ਉਸ ਨੇ ਕੰਮ ਕੀਤਾ, ਇਹ ਕੰਮ ਉਸ ਤੋਂ ਵੱਡਾ ਹੈ ਉਸ ਦੇ ਨਿੱਜੀ ਸਬੰਧਾਂ ਤੋਂ। ਉਹ ਕੋਈ ਜਥੇਦਾਰ ਦਾ ਜਥੇਦਾਰ ਨਹੀਂ ਸੀ ਕਿਸੇ ਤਖਤ ਦਾ, ਉਹ ਕੋਈ ਧਾਰਮਿਕ ਹਸਤੀ ਨਹੀਂ ਸੀ, ਉਹ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਨਹੀਂ ਸੀ ਜਿਹਨੂੰ ਅਸੀਂ ਕਹੀਏ ਕਿ ਸਾਡੇ ਰਿਲੀਜੀਅਸ ਪੁਆਇੰਟ ਆਫ ਵਿਊ ਤੇ ਸਾਡੇ ਲਈ ਇਹ ਧਾਰਮਿਕ ਹਸਤੀ ਹੈ। ਫਿਰ ਉਸ ਨੂੰ ਤੁਸੀਂ ਨਿੰਦਣ ਦੇ ਲਈ ਜੇ ਹੋਰ ਕੁਝ ਨਹੀਂ ਲੱਭਦਾ ਤਾਂ ਉਸ ਦਾ ਨਿੱਜੀ ਜੀਵਨ ਕੱਢ ਦਿਓ। ਤੇ ਕਿੰਨੇ ਕੁ ਲੋਕ ਹਨ ਐਸੇ ਵੀ ਜਿਹੜੇ ਮਨੁੱਖੀ ਹੱਕਾਂ ਲਈ ਲੜੇ ਨੇ, ਕਈਆਂ ਦੇ ਤਲਾਕ ਹੋਏ ਨੇ, ਡਿਵੋਰਸ ਹੋਏ ਨੇ, ਪਰਿਵਾਰ ਵੱਖ ਨੇ, ਕਈ ਉਸ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਨੇ, ਕਿਸੇ ਨਾਲ ਉਹਨਾਂ ਦੇ ਪ੍ਰੇਮ ਸੰਬੰਧ ਨੇ। ਪਰ ਇਹਦਾ ਮਤਲਬ ਇਹ ਹੈ ਕਿ ਜੇ ਉਹ ਮਨੁੱਖੀ ਹੱਕਾਂ ਲਈ ਲੜ ਰਹੇ ਨੇ, ਉਸ ਦੇ ਵਿੱਚ ਸਰਕਾਰ ਦੇ ਨਾਸੀ ਧੂਆਂ ਲਿਆ ਰਹੇ ਨੇ, ਜਦੋਂ ਹੋਰ ਕੋਈ ਦਲੀਲ ਨਹੀਂ ਲੱਭਦੀ ਤਾਂ ਤੁਸੀਂ ਉੱਥੇ ਉਹਨਾਂ ਨੂੰ ਰੱਜ ਕੇ ਭੰਡੋ। ਇਦੋਂ ਵੱਡੀ ਆਪਣੇ ਆਪ ਨੂੰ ਚਿੰਤਕ, ਪੱਤਰਕਾਰ ਜਾਂ ਅਗਾਂਹ-ਵਧੂ ਕਹਿਣ ਵਾਲਿਆਂ ਲਈ ਹੋਰ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਕਿੰਨੀਆਂ ਮਿਸਾਲਾਂ ਨੇ, ਤੁਸੀਂ ਇੱਕ ਤੋਂ ਬਾਅਦ ਇੱਕ ਚਲੇ ਜਾਓ। ਜਿਹੜੇ ਬੰਦੇ ਨੇ ਲੜਾਈਆਂ ਲੜੀਆਂ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜ੍ਹਾਏ ਜੋ ਕਿ ਵੱਖਰੇ ਤੌਰ ਤੇ ਹੈ। ਹੁਣ ਦੇਸ਼ ਦੇ ਜਿਸ ਪ੍ਰਧਾਨ ਮੰਤਰੀ ਦੀ ਸਹੁੰ ਖਾਣ ਨੂੰ ਉਹ ਤਿਆਰ ਨੇ, ਜਿਹੜੇ ਝੋਲੀ ਚੁੱਕ, ਉਸ ਨੇ ਆਪਣੀ ਜੀਵਨ ਸਾਥਣ ਦੀ ਕਿੰਨੀ ਕਸਾਰ ਲਈ ਹੈ। ਜਦੋਂ ਤੋਂ ਉਸ ਨੇ ਆਪਣਾ ਗ੍ਰਸਤੀ ਜੀਵਨ ਸ਼ੁਰੂ ਕੀਤਾ, ਕੋਈ ਉਦਾਹਰਨ ਦੇ ਸਕਦਾ? ਪਰ ਉਸ ਵੇਲੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ, ਕਿਉਂਕਿ ਮੋਦੀ ਦੇ ਬਾਰੇ ਗੱਲ ਕਰਨੀ ਖਾਲਾ ਜੀ ਦਾ ਬਾੜਾ ਨਹੀਂ। ਪ੍ਰਦੀਪ ਸਿੱਧੂ ਵਰਗਿਆਂ ਨੂੰ ਨਿੰਦਿਓ। ਜੇਕਰ ਕੋਈ ਸਿਧਾਂਤਕ ਪੱਖ ਹੈ ਜਿੱਥੇ ਤੁਸੀਂ ਆਲੋਚਨਾ ਕਰ ਸਕਦੇ ਹੋ, ਕਰੋ, ਪਰ ਇਸ ਗੱਲ ਨੂੰ ਲੈ ਕੇ ਆਲੋਚਨਾ ਕਰਨੀ। ਪਰ ਹਾਂ, ਜਿਹੜੀ ਸ਼ਹੀਦ ਜਾਂ ਸੰਤ ਜਰਨੈਲ ਸਿੰਘ ਨਾਲ ਤੁਲਨਾਤਮਕ ਪੱਖ ਹੈ ਉਸ ਤੋਂ ਜ਼ਰੂਰ ਸਬਕ ਸਿੱਖੋ, ਕਿਉਂਕਿ ਆਵੇਸ਼ ਦੇ ਵਿੱਚ ਆ ਕੇ, ਜਜ਼ਬਾਤ ਦੇ ਵਿੱਚ ਆ ਕੇ ਅਸੀਂ ਉਹ ਗੱਲਾਂ ਨਾ ਕਰੀਏ ਜਿਹੜੀਆਂ ਇੱਕ ਦੀਪ ਸਿੱਧੂ ਖੁਦ ਧਾਰਮਿਕ ਸ਼ਖਸੀਅਤ ਨਹੀਂ ਸੀ, ਇੱਕ ਪ੍ਰੇਰਨਾਦਾਇਕ ਸੀ, ਪੰਜਾਬ ਦਾ ਉਹ ਪ੍ਰਤੀਕ ਸੀ, ਜਿਹੜਾ ਪੰਜਾਬ ਦਾ ਆਮ ਨੌਜਵਾਨ ਹੈ। ਉਹ ਪ੍ਰਤੀਕ ਸੀ ਉਸ ਪੰਜਾਬੀਆਂ ਦੀ ਨਾਬਰੀ ਦਾ, ਉਹ ਪ੍ਰਤੀਕ ਸੀ ਜਿਹੜਾ ਪੰਜਾਬ ਦਾ ਜੇ ਪੂਰਾ ਸਿੱਖ ਸਰੂਪ ਜਾਂ ਦਿੱਖ ਦੇ ਵਿੱਚ ਨਾ ਹੁੰਦਾ ਹੋਇਆ ਵੀ ਇੱਕ ਜ਼ਬਰ ਦੇ ਖਿਲਾਫ ਲੜਨ ਦੀ ਸੋਚ ਰੱਖਦਾ। ਉਹ ਇੱਕ ਆਮ ਪੰਜਾਬੀ ਦਾ ਇਵੇਂ ਸੀ, ਬਿੰਬ ਸੀ। ਇਸੇ ਕਾਰਨ ਹੀ ਉਹ ਜਿਹੇ ਲੱਖਾਂ ਬਿੰਬ ਜਿਹੜੇ ਪੈਦਾ ਹੋਏ। ਇੱਕ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਲੱਖਾਂ ਦੀਪ ਸਿੱਧੂ ਜਿਹੜੇ ਆ ਉਸ ਤੋਂ ਬਾਅਦ ਸਾਹਮਣੇ ਆ ਰਹੇ ਨੇ। ਸੋ ਇਸ ਗੱਲ ਨੂੰ ਜਦੋਂ ਅਸੀਂ ਦੇਖਦੇ ਹਾਂ ਗੁਰਪ੍ਰੀਤ ਸਿੰਘ ਜੀ, ਜਦੋਂ ਕੋਈ ਕਹਿੰਦੇ ਆ ਕਿ ਆਲੋਚਨਾ ਦਾ ਹੋਰ ਕੋਈ ਪੈਂਤੜਾ ਖਤਮ ਹੋ ਜਾਏ ਤਾਂ ਫਿਰ ਬੰਦਾ ਗਿਰ ਕੇ ਨੀਵੇਂ ਪੱਧਰ ਤੇ ਆਲੋਚਨਾ ਤੇ ਸ਼ੁਰੂ ਹੋ ਜਾਂਦਾ। ਪਰ ਜਿਹੜੀ ਮੌਤ ਦੀ ਘਟਨਾ, ਜਿਸ ਬਾਰੇ ਇੱਕ ਬਹੁਤ ਵੱਡਾ ਸਵਾਲ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਨਿਮਿਤ ਜਿਹੜੀ ਅਰਦਾਸ ਸੀ ਉਸ ਦਿਨ ਵੀ ਉਠਾਇਆ ਕਿ ਇਸ ਤਰ੍ਹਾਂ ਦੇ ਅੱਗੇ ਵੀ ਬਹੁਤ ਸਾਰੇ ਘਟਨਾਕ੍ਰਮ ਹੋਏ ਨੇ ਜਿਨ੍ਹਾਂ ਦੇ ਵਿੱਚ ਮਿੱਥ ਕੇ ਹਕੂਮਤਾਂ ਜਿਹੜੇ ਉਹ ਵਿਰੋਧੀ ਨੇ ਉਹਨਾਂ ਨੂੰ ਖਤਮ ਕਰਨ ਲਈ ਹਰ ਤਰੀਕਾ ਵਰਤਦੀਆਂ ਨੇ। ਤੇ ਉਹਨਾਂ ਨੇ ਇਹ ਮੰਗ ਕੀਤੀ, ਬਲਕਿ ਇੰਟਰਨੈਸ਼ਨਲ ਏਜੰਸੀ ਤੋਂ ਕੀਤੀ, ਕਿ ਜਿਹੜੇ ਭਾਰਤ ਦੇ ਵਿੱਚ ਖੁਦ ਹੀ ਜਿਹੜੇ ਚਾਹੇ ਉਹ ਅਲੱਗ-ਅਲੱਗ ਸੈੱਲ ਨੇ ਜਿਨ੍ਹਾਂ ਨੇ ਖੁਦ ਇਸ ਲਈ ਜ਼ਿੰਮੇਵਾਰ, ਜਿਨ੍ਹਾਂ ਨੂੰ ਕਿਹਾ ਜਾ ਸਕਦਾ, ਉਹਨਾਂ ਨੇ ਜਾਂਚ ਕੀ ਕਰਨੀ ਹੈ। ਇਹ ਕੋਈ ਇਹੋ ਜਿਹੀ ਹੋਵੇ ਤੇ ਇਸ ਤੇ ਸ਼ੰਕੇ ਲਗਾਤਾਰ ਖੜੇ ਹੋ ਰਹੇ ਨੇ। ਦੇਖੋ, ਜੁਡੀਸ਼ੀਅਲ ਆਸ ਦੀ ਮਤਲਬ ਜੁਡੀਸ਼ੀਅਲ ਇਨਕੁਆਇਰੀ ਦੀ ਆਸ ਕਰਨੀ ਤਾਂ ਇਸ ਮਾਹੌਲ 'ਚ ਬਹੁਤ ਔਖੀ ਹੈ ਜੀ, ਕਿਉਂਕਿ ਦੇਖੋ ਜਿਹੜੀਆਂ ਦੋ ਮਿਸਾਲਾਂ ਨੇ, ਗੁਰਮੀਤ ਰਾਮ ਰਹੀਮ ਦਾ ਫਰਲੋ ਤੇ ਬਾਹਰ ਆਉਣਾ, ਅਜੇ ਮਿਸ਼ਰੇ ਦੇ ਮੁੰਡੇ ਦਾ ਬਾਹਰ ਆਉਣਾ, ਇਹਨਾਂ ਅਦਾਲਤਾਂ ਨੇ ਜੁਡੀਸ਼ੀਅਲ ਇਨਕੁਆਇਰੀ ਕਰਨੀ ਹੈ। ਕੀ ਨਿਰਪੱਖ ਜਾਂਚ ਕਰਨ ਦੇ ਯੋਗ ਨੇ ਅਦਾਲਤਾਂ ਵਾਲੀਆਂ? ਹਿਜਾਬ ਦੇ ਮਾਮਲੇ 'ਚ ਜਿਹੜਾ ਫੈਸਲਾ ਦੇਣ ਵਾਲਾ ਜੱਜ, ਉਸ 'ਤੇ ਉਂਗਲਾਂ ਉੱਠ ਰਹੀਆਂ ਨੇ ਕਿ ਉਸ ਦੀ ਆਪਣੀ ਨਿਰਪੱਖਤਾ ਕੀ ਹੈ। ਜਿਨ੍ਹਾਂ ਅਦਾਲਤਾਂ ਨੇ ਅਯੋਧਿਆ ਦੇ ਵਿੱਚ ਬਾਬਰੀ ਮਸਜਿਦ ਵਾਲੀ ਥਾਂ ਮੁਸਲਮਾਨਾਂ ਨੂੰ ਦੇਣ ਦੀ ਥਾਂ 'ਤੇ ਉਹਨਾਂ ਨੂੰ ਸੌਂਪ ਦਿੱਤੀ, ਜਿਨ੍ਹਾਂ ਨੇ ਮਸਜਿਦ ਨੂੰ ਢਾਹਿਆ ਸੀਗਾ, ਉਹਨਾਂ ਅਦਾਲਤਾਂ ਤੋਂ ਅਸੀਂ ਆਸ ਕਰਦੇ ਹਾਂ।
ਜਿਹੜੀਆਂ ਅਦਾਲਤਾਂ 84 ਦਾ ਫੈਸਲਾ ਨਹੀਂ ਦੇ ਸਕੀਆਂ ਚੱਜ ਨਾਲ, 2002 ਦੇ ਵਿੱਚ ਮੋਦੀ ਦੀ ਨਾਮਜ਼ਦਗੀ ਨਹੀਂ ਹੋ ਸਕੀ ਚੰਗੇ ਤਰੀਕੇ ਨਾਲ, ਕਿੰਨੇ ਹੋਰ ਕੇਸ ਨੇ, ਕਿਹੜੇ ਗਿਣਾਈਏ ਆਪਾਂ। ਜਿਹੜੀਆਂ ਅਦਾਲਤਾਂ ਸਾਈ ਬਾਬੇ ਨੂੰ ਛੱਡਣ ਲਈ ਤਿਆਰ ਨਹੀਂ, ਜਿਹੜੀਆਂ ਅਦਾਲਤਾਂ ਤੇਲ ਤੁੰਬੜ ਨੂੰ ਛੱਡਣ ਲਈ ਤਿਆਰ ਨਹੀਂ, ਉਹ ਅਦਾਲਤਾਂ ਅਜੇ ਮਿਸ਼ਰਾ ਦੇ ਬੇਟੇ ਨੂੰ ਛੱਡ ਰਹੀਆਂ, ਬਾਬੂ ਬਜਰੰਗੀ ਨੂੰ ਛੱਡ ਰਹੀਆਂ। ਉਹਨਾਂ ਤੋਂ ਅਸੀਂ ਕਿਵੇਂ ਆਸ ਕਰਾਂਗੇ ਕਿ ਇਸ ਮਾਮਲੇ 'ਚ ਉਹ ਨਿਰਪੱਖਤਾ ਨਾਲ ਕੰਮ ਕਰਨਗੇ। ਇੱਕੋ ਹੀ ਕੰਮ ਹੋ ਸਕਦਾ ਜਿਹੜਾ ਮੈਨੂੰ ਲੱਗਦਾ ਕਿ ਇੱਕ ਜਿਹੜੀ ਸਿਵਲੀਅਨ ਇਨਕੁਆਇਰੀ, ਜਿਸ ਕਿਸਮ ਦੀ ਇਨਕੁਆਇਰੀ ਅਜੀਤ ਸਿੰਘ ਬੈਂਸ ਹੋਣੀ ਕਰਦੇ ਰਹੇ ਨੇ, ਜਾਂ ਜਿਵੇਂ ਆਪਣਾ ਪੀਪਲਸ ਕਮਿਸ਼ਨ ਬਿਠਾਇਆ ਸੀ ਜਸਟਿਸ ਕੁਲਦੀਪ ਸਿੰਘ ਨੇ, ਉਹੋ ਜਿਹਾ ਕੁਛ ਤਾਂ ਹੋ ਸਕਦਾ। ਔਰ ਇਹ ਵੀ ਗੱਲ ਸੱਚ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਕਈ ਮਿਸਾਲਾਂ ਨੇ ਇੰਡੀਆ ਦੇ ਵਿੱਚ, ਜਿੱਥੇ ਲੋਕਾਂ ਨੂੰ ਟਰੱਕਾਂ ਥੱਲੇ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਐਕਸੀਡੈਂਟ ਮਤਲਬ ਪੇਸ਼ ਕੀਤਾ ਗਿਆ ਐਕਸੀਡੈਂਟ, ਪਰ ਹੱਤਿਆਵਾਂ ਦਾ ਮਾਮਲਾ ਸੀਗਾ। ਇਸ ਤਰ੍ਹਾਂ ਦੇ ਸਵਾਲ ਕਈ ਵਾਰੀ ਉੱਠੇ ਨੇ ਔਰ ਬੜੀ ਸਫਾਈ ਨਾਲ ਕੰਮ ਹੁੰਦਾ। ਲੱਗਦਾ ਹਾਦਸਾ ਤੁਸੀਂ ਸਾਬਤ ਨਹੀਂ ਕਰ ਸਕਦੇ, ਪਰ ਜਿਹੜੇ ਕਰਵਾਉਣਾ ਚਾਹੁੰਦੇ ਨੇ ਕਰਵਾ ਜਾਂਦੇ ਨੇ ਕੰਮ। ਇਹਦੀ ਪੈੜ ਕੱਢਣ ਵਾਸਤੇ ਸਾਨੂੰ ਉਹੋ ਜਿਹੇ ਲੋਕ ਚਾਹੀਦੇ ਜਿਹੜੇ ਪੂਰੀ ਛਾਣਬੀਣ ਕਰਨ। ਹੁਣ ਮਾਨ ਸਾਹਿਬ ਬਾਰੇ ਸੁਣਿਆ ਸੀ ਕਿ ਫੋਰੈਂਸਿਕ ਐਕਸਪਰਟ ਵੀ ਨਾਲ ਜੁੜਨਗੇ, ਖੁਦ ਵੀ ਪਹਿਲਾਂ ਪੁਲਿਸ ਅਫਸਰ ਰਹੇ ਨੇ। ਉਮੀਦ ਹੈ ਕਿ ਕਿਸੇ ਨਾ ਕਿਸੇ ਪਾਸੇ ਗੱਲ ਲੱਗੂਗੀ। ਪਰ ਬਾਕੀ ਗੱਲ ਜਿਹੜੀ ਤੁਸੀਂ ਪੁਆਇੰਟ ਆਊਟ ਕੀਤੀ ਕਿ ਸੱਚ ਹੈ ਕਿ ਦੀਪ ਸਿੰਘ ਸਿੱਧੂ ਆਪ ਕੋਈ ਧਾਰਮਿਕ ਸ਼ਖਸੀਅਤ ਨਹੀਂ ਸੀ ਜੀ, ਤਾਂ ਨਾ ਉਸਨੇ ਕੋਈ ਖਲਾਕ ਦੇ ਵੱਡੇ ਵੱਡੇ ਦਾਅਵੇ ਕੀਤੇ ਨੇ। ਸੋ ਜੇ ਉਸਨੇ ਆਪਣੀ ਬੀਵੀ ਨਾਲ ਨਹੀਂ ਸੀ ਰਹਿੰਦਾ, ਕਿਸੇ ਹੋਰ ਔਰਤ ਨਾਲ ਵੀ ਰਹਿੰਦਾ ਸੀਗਾ, ਇਹ ਨਿੱਜੀ ਮਾਮਲਾ ਹੈ, ਸਾਡਾ ਇਸ ਵਿੱਚ ਦਖਲ ਦੇਣਾ ਨਹੀਂ ਬਣਦਾ। ਜੇ ਅਸੀਂ ਅੱਡੇ ਸੂਰਮੇ ਹਾਂ ਤਾਂ ਫਿਰ ਠੀਕ ਹੈ, ਵੱਡੇ ਵੱਡੇ ਲੇਖ ਲਿਖਦੇ। ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ ਸੀ, ਅਰੂਸਾ ਆਰਮ ਨੂੰ ਲਿਆ ਕੇ ਪਾਕਿਸਤਾਨ ਤੋਂ ਉੱਥੇ ਗੁਲਛੱਰੇ ਉਡਾ ਰਿਹਾ ਸੀਗਾ, ਲਿਖਦੇ ਠੋਕ ਕੇ ਉੱਥੇ। ਉਦੋਂ ਪਤਾ ਨਾ ਕਿ ਵੀ ਲਿਖਾਂਗੇ ਤਾਂ ਸਾਡਾ ਹੋਊਗਾ ਕੀ, ਸਾਨੂੰ ਅੰਦਰ ਵੀ ਜਾਣਾ ਪੈ ਸਕਦਾ। ਮੋਦੀ ਦੀ ਟੀਵੀ ਬਾਰੇ ਲਿਖੋ, ਮੋਦੀ ਨੇ ਜਿਹੜੀ ਔਰਤਾਂ ਨਾਲ ਸਮਾਜ ਜੋੜਿਆ ਉਹ ਵੀ ਲਿਖੋ, ਜੇ ਹੈਗੇ ਤੁਸੀਂ ਤੁਹਾਡੇ 'ਚ ਜਾਨ ਹੈਗੀ ਮਾੜੀ ਮੋਟੀ ਦਾ। ਕਈਆਂ ਦੇ ਨਾਂ ਚੱਲਦੇ, ਮੋਦੀ ਨਾਲ ਜੁੜਦੇ, ਲਿਖਣ, ਕੋਈ ਰੋਕ ਰਿਹਾ ਇਹਨਾਂ ਨੂੰ। ਇੱਕ ਔਰਤ ਦਾ ਕਿੱਸਾ ਆਇਆ ਸੀ ਗੁਜਰਾਤ 'ਚ, ਕਿਹੜੀ ਜਵਾਨ ਔਰਤ ਉੱਤੇ ਉਸਨੇ CID ਲਾਤੀ ਆਪਣੀ। ਇਸ ਤੋਂ ਇਲਾਵਾ ਚੰਡੀਗੜ੍ਹ ਦੀ ਕੌਂਸਲਰ ਨਾਲ ਉਸਦੇ ਸੰਬੰਧ ਨੇ, ਲਿਖਣ ਉਸ ਦੇ ਬਾਰੇ। ਕਿਉਂਕਿ ਜਿਹੜੇ ਲੋਕ ਤਾਕਤ 'ਚ ਬੈਠੇ ਆ ਉਹਨਾਂ ਬਾਰੇ ਖਾਮੋਸ਼ ਨੇ। ਜਿਹੜਾ ਵਿਅਕਤੀ ਤਾਕਤਵਰ ਹੈ ਨਹੀਂ, ਜਿਹਦੀ ਪਤਾ ਨਹੀਂ ਜ਼ਿੰਦਗੀ 'ਚ ਕੀ ਹੋਇਆ ਕੀ ਨਹੀਂ ਹੋਇਆ, ਜਿਹਦੇ ਕਾਰਨ ਆਪਣੀ ਬੀਵੀ ਬੱਚੇ ਤੋਂ ਆਰਡਰ ਹੈ ਕਿ ਕਿਸੇ ਹੋਰ ਔਰਤ ਨਾਲ ਅੱਜ ਕੱਲ੍ਹ ਜੀਵਨ ਬਸਰ ਕਰ ਰਿਹਾ ਸੀਗਾ, ਕਿਹੜੀਆਂ ਮਜਬੂਰੀਆਂ ਰਹੀਆਂ ਹੋਣਗੀਆਂ। ਉਸ ਦਾ ਕੰਮ ਵੇਖੋ, ਨਾ ਕਿ ਉਸ ਦਾ ਨਿੱਜੀ ਜੀਵਨ ਵੇਖੋ। ਨਿੱਜੀ ਜੀਵਨ ਦੇ ਆਧਾਰ 'ਤੇ ਉਸ ਦੇ ਕੰਮਾਂ ਦੀ ਜਿਹੜੀ ਆਪਣਾ ਮਾਪਦੰਡ ਤੈਅ ਕਰਨੇ, ਮੈਂ ਸਮਝਦਾ ਇਹ ਅਖਲਾਕ ਤੋਂ ਗਰੀ ਹੋਈ ਗੱਲ। ਅੱਜ ਜਦੋਂ ਅਸੀਂ ਦੀਪ ਸਿੱਧੂ ਨੂੰ ਉਸ ਦੇ ਕਲਾਤਮਕ ਪੱਖ ਤੋਂ ਵੀ ਦੇਖਦੇ ਹਾਂ, ਅਤੇ ਜੇ ਰੀਨਾ ਰਾਏ ਉਸ ਲੜਕੀ ਦੀ ਵੀ ਗੱਲ ਕਰਦੇ ਹਾਂ, ਫਿਲਮਾਂ 'ਚ ਇਕੱਠਿਆਂ ਨੇ ਰੋਲ ਕੀਤਾ। ਉਸ ਤੋਂ ਬਾਅਦ ਵੀ ਈਵਨ ਜਦੋਂ 26 ਜਨਵਰੀ ਦੀ ਘਟਨਾ ਤੋਂ ਬਾਅਦ ਰਿਪੋਰਟ ਹੋਇਆ ਅਤੇ ਉਸ ਦੀਆਂ ਵੀਡੀਓ ਅਪਲੋਡਸ ਹੋਈਆਂ, ਉਸ ਵੇਲੇ ਵੀ ਕਿਹਾ ਗਿਆ ਕਿ ਅਮਰੀਕਾ ਰਹਿੰਦੇ ਉਸ ਦੇ ਕਿਸੇ ਜਿਹੜੇ ਸਾਥੀ ਨੇ ਇਹ ਕੰਮ ਕੀਤਾ ਅਤੇ ਉਸ ਲੜਕੀ 'ਤੇ ਇਹ ਗੱਲ ਸਾਹਮਣੇ ਆਈ। ਇਹ ਵੀ ਗੱਲ ਸੱਚ ਹੈ ਕਿ ਜਿਸ ਤਰ੍ਹਾਂ ਉਹ ਸ਼ਿਕੰਜੇ ਏਜੰਸੀਆਂ ਦੇ ਸੰਦੀਪ ਸਿੱਧੂ ਦੇ, ਇਹ ਵੀ ਕਿਹਾ ਜਾ ਰਿਹਾ ਕਿ ਉਸ ਨੂੰ ਆਪਣੀ ਲੋਕੇਸ਼ਨ 'ਤੇ ਫੋਨ ਔਨ ਕਰਕੇ ਹਮੇਸ਼ਾ ਹੀ ਉਸ ਤੇ ਰੱਖਣਾ ਪੈਂਦਾ ਸੀ, ਕਿਉਂਕਿ ਜ਼ਮਾਨਤ ਦੀਆਂ ਸ਼ਰਤਾਂ ਅਤੇ ਸਾਰੇ ਹਾਲਾਤ ਇਸ ਕਿਸਮ ਦੇ ਸਨ। ਸੋ ਲਗਾਤਾਰ ਜਦੋਂ ਇੰਟਰਨੈਸ਼ਨਲ ਏਅਰਪੋਰਟ 'ਤੇ ਉਸ ਦੀ ਜਿਹੜੀ ਮਿੱਤਰ ਕੁੜੀ ਦਾ ਆਉਣਾ ਅਤੇ ਉਸ ਤੋਂ ਬਾਅਦ ਦੀਪ ਸਿੱਧੂ ਦਾ ਨਿੱਜੀ ਤੌਰ 'ਤੇ ਲੈ ਕੇ ਜਾਣਾ, ਸੁਭਾਵਿਕ ਹੀ ਹੈ ਕਿ ਉਸ ਨੇ ਉਸ ਨੂੰ ਲੈ ਕੇ ਜਾਣਾ ਸੀ। ਉਸ ਤੋਂ ਬਾਅਦ ਇੱਕ ਦਿਨ ਰਹੇ। ਇਹ ਗੱਲ ਜਦੋਂ ਸਿਮਰਨਜੀਤ ਸਿੰਘ ਮਾਨ ਬਾਰ-ਬਾਰ ਦੁਹਰਾ ਰਹੇ ਨੇ ਕਿ ਜਦੋਂ ਉਸ ਦੀ ਸਾਰੀ ਜਾਣਕਾਰੀ ਏਜੰਸੀਆਂ ਨੂੰ ਪਤਾ ਸੀ, ਜਦੋਂ ਉਹ ਗੱਡੀ ਡਰਾਈਵ ਕਰ ਰਿਹਾ ਸੀ, ਇਸ ਗੱਲ ਦਾ ਭਲੀ ਭਾਂਤ ਅਹਿਸਾਸ ਸੀ ਕਿ ਉਹ ਏਅਰਪੋਰਟ ਤੋਂ ਪਹੁੰਚ ਕੇ ਰੁਕ ਕੇ ਦਿੱਲੀ ਤੋਂ ਵਾਪਸ ਇਕੱਲਿਆਂ ਜਾ ਰਿਹਾ ਹੈ, ਅਤੇ ਇਸ ਤਰ੍ਹਾਂ ਦਾ ਗੱਡੀਆਂ ਦਾ ਉਸ ਦੇ ਪਿੱਛੇ ਇਸ ਹਵਾਲੇ ਦੇ ਨਾਲ ਮਾਨ ਸਾਹਿਬ ਦੇ ਕਿ ਚਾਹੇ ਉਹ ਰਾਹ ਹੈ, IB ਹੈ ਜਾਂ ਕੁਝ ਵੀ ਹੈ, ਜਿਹੜੀ ਕਿ ਜਾਂਚ ਦੀ ਮੰਗ ਕਰਦਾ ਹੈ, ਉਹ ਉੱਥੇ ਉਹਨਾਂ ਦਾ ਅਤੇ ਜਿਹੜਾ ਡਰਾਈਵਰ ਸੀ ਟਰੱਕ ਦਾ, ਉਹਨਾਂ ਦਾ ਕਨੈਕਸ਼ਨ ਹੋ ਕੇ ਆਪਸ ਵਿੱਚ ਤਾਲਮੇਲ ਹੋ ਕੇ ਉਹਨਾਂ ਟਰੱਕ ਨੂੰ ਬ੍ਰੇਕ ਮਾਰਨੇ ਅਤੇ ਇਹ ਮੌਤ ਦੇ ਮੂੰਹ 'ਚ ਦੀਪ ਸਿੱਧੂ ਦਾ ਜਾਣਾ। ਅਤੇ ਏਜੰਸੀਆਂ ਨੂੰ ਕੋਈ ਫਿਕਰ ਨਹੀਂ ਕਿ ਨਾਲ ਦੀ ਲੜਕੀ ਮਰ ਜਾਂਦੀ, ਉਸ ਦੀ ਮੌਤ ਹੋ ਜਾਂਦੀ, ਕੋਈ ਫਰਕ ਨਹੀਂ ਸੀ। ਇਸ ਕਰਕੇ ਉਸ ਨੂੰ ਦੋਸ਼ ਦੇ ਕੇ ਉਸ ਮਾਮਲੇ ਨੂੰ ਇਸ ਤਰ੍ਹਾਂ ਫਿਰ ਤਾਰ-ਪੀੜੋ ਕਰਨਾ, ਇਹ ਵੀ ਕਾਹਲੀ ਦਾ ਫੈਸਲਾ ਹੈ, ਪਰ ਇਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਦੇਖਣਾ ਹੈ ਕਿ ਦੀਪ ਸਿੱਧੂ ਦੇ ਮੌਤ ਦੇ ਨਾਲ ਫਾਇਦਾ ਕਿਹਨੂੰ ਹੋਇਆ। ਜਿਸ ਨੂੰ ਫਾਇਦਾ ਹੋਇਆ ਸੁਭਾਵਿਕ ਹੀ ਹੈ, ਇਹ ਜ਼ਿੰਮੇਵਾਰ ਵੀ ਉਹੀ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਕਿਸਾਨ ਮੋਰਚੇ 'ਚ ਜਦੋਂ ਦੀਪ ਸਿੱਧੂ ਨੇ ਝੰਡਾ ਚੁੱਕਿਆ, ਜਦੋਂ ਆਵਾਜ਼ ਬੁਲੰਦ ਕੀਤੀ, ਤਾਂ ਉਸ ਦੀਆਂ BJP ਨਾਲ ਫੋਟੋਆਂ ਕੱਢੀਆਂ ਗਈਆਂ। ਉਸ ਦਾ ਨੁਕਸਾਨ ਕਿਹਨੂੰ ਹੋਇਆ ਅਤੇ ਫਾਇਦਾ ਕਿਹਨੂੰ ਹੋਇਆ, ਇਹ ਗੱਲ ਦੇਖੋ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਬਦਨਾਮ ਕਰਨ ਲਈ ਇਹ ਕੀਤਾ ਅਤੇ ਦੀਪ ਸਿੱਧੂ ਦਾ ਨੁਕਸਾਨ ਹੋਇਆ ਅਤੇ ਇੱਕ ਖਾਸ ਸਰਕਾਰੀ ਧਿਰ ਦਾ ਫਾਇਦਾ ਹੋਇਆ। ਹੁਣ ਵੀ ਉਸ ਦੀ ਮੌਤ ਤੋਂ ਬਾਅਦ ਕਿਹੜੀ ਆਵਾਜ਼ ਬੰਦ ਹੋਈ? ਪੰਜਾਬ ਦੀ ਹੋਣ ਦੀ ਗੱਲ ਕਰਨ ਵਾਲਿਆਂ ਦੀ। ਪੰਜਾਬ ਦੇ ਨਾਲ ਧੱਕਾ ਜਿਹੜਾ ਕਰ ਰਹੇ ਸੀ ਉਸ ਦੇ ਪੱਖੋਂ, ਜਿਹੜਾ ਇਹ ਕਹਿ ਰਿਹਾ ਸੀ ਕਿ ਹਿਜਾਬ 'ਤੇ ਪਾਬੰਦੀ ਕਿਉਂ ਲਾਈ ਹੈ। ਅਤੇ ਦੀਪ ਸਿੱਧੂ ਦੀ ਇੱਕ ਤਕਰੀਰ ਹੈ
ਜਿਹੜੀ ਕਿ ਸੁਣਨਯੋਗ ਹੈ, ਜਿਸ ਦੇ ਵਿੱਚ ਉਹ ਇਹ ਆਖਦਾ ਹੈ ਕਿ ਦੇਸ਼ ਦਾ ਹਰ ਫੈਸਲਾ ਕੋਈ ਖੇਤੀ ਮੰਤਰੀ ਨਹੀਂ ਕਰ ਰਿਹਾ, ਕੋਈ ਡਿਫੈਂਸ ਮੰਤਰੀ ਨਹੀਂ ਕਰ ਰਿਹਾ, ਕੋਈ ਹੋਰ ਨਹੀਂ ਕਰ ਰਿਹਾ, ਦੋ ਵਿਅਕਤੀ ਕਰ ਰਹੇ ਨੇ, ਇੱਕ ਤਾਂ ਨਰਿੰਦਰ ਮੋਦੀ ਤੇ ਦੂਜਾ ਅਮਿਤ ਸ਼ਾਹ। ਇਹ ਰਿਕਾਰਡਿੰਗ ਹੈ। ਜਿਹੜਾ ਇਨੀ ਦਲੇਰੀ ਤੇ ਜੁਰਤ ਨਾਲ ਇਹ ਕਹਿ ਰਿਹਾ, ਉਹਨੂੰ ਤੁਸੀਂ ਸਰਕਾਰੀ ਹੋਣ ਦਾ ਸਰਟੀਫਿਕੇਟ ਦੇ ਰਹੇ ਹੋ। ਉਹ ਲੋਕ ਜਿਹੜੇ ਨਿੱਤ ਗੋਡਿਆਂ ਪਰਨੇ ਹੋ ਕੇ ਉਹਨਾਂ ਦੇ ਅੱਗੇ ਝੁਕਦੇ ਨੇ, ਉਹ ਇਹ ਗੱਲ ਕਰ ਰਹੇ ਨੇ। ਤੇ ਦੀਪ ਸਿੱਧੂ ਨੇ ਜਦੋਂ ਇਸ ਗੱਲ ਦੇ ਵਿੱਚ ਕਿ ਜਿਹੜਾ ਕਰਨਾਟਕਾ ਦੇ ਵਿੱਚ ਹਿਜਾਬ ਦਾ ਇਸ਼ੂ ਹੈ, ਉਸ ਨੂੰ ਇੰਨੇ ਵੱਡੇ ਕੈਨਵਸ ਤੇ ਪੇਸ਼ ਕਰਤਾ, ਜਿਸ ਦੇ ਵਿੱਚ ਸਾਡੇ ਧਾਰਮਿਕ ਆਗੂ ਵੀ ਪੰਜਾਬ ਦੇ ਜਿਹੜੇ ਕਿ ਸਿੱਖੀ ਸਿਧਾਂਤ ਨੂੰ ਬਿਹਤਰ ਜਾਣਦੇ ਨੇ, ਉਹ ਵੀ ਨਾ ਪੇਸ਼ ਕਰ ਸਕੇ। ਉਹ ਸਮਾਂ ਜਿਹੜਾ ਇਸ ਤਰ੍ਹਾਂ ਦਾ ਬਣਿਆ ਕਿ ਲਗਾਤਾਰ ਸਰਕਾਰ ਤੇ ਜਿਹੜਾ ਪੂਰਾ ਇੱਕ ਢਾਂਚਾ ਹੈ, ਜਿਹੜਾ ਫਾਸ਼ੀਵਾਦੀ ਸਟੇਟ ਦਾ ਇੱਕ ਖਾਸ ਨੈਰੇਟਿਵ ਹੈ, ਉਸ ਦੇ ਫਿੱਟ ਨਹੀਂ ਸੀ ਬੈਠਦਾ। ਸੋ ਇਹ ਕਿਤੇ ਨਾ ਕਿਤੇ ਹੋਣਾ ਸੀ, ਪਰ ਉਹ ਇਕੱਲਾ ਸੀ। ਕਿੰਨਾ ਹਾਲਾਤ ਦੇ ਵਿੱਚ ਸੀ, ਕੀ ਕੁਝ ਹੋਇਆ, ਇਹ ਸਾਡੇ ਸਾਹਮਣੇ ਹੈ। ਲੇਕਿਨ ਉਸ ਦੀ ਜਿਹੜੀ ਉਠਾਈ ਹੋਈ ਉਹ ਗੱਲ ਹੈ ਜਾਂ ਆਵਾਜ਼ ਹੈ, ਉਸ ਨੂੰ ਅੱਗੇ ਲੈ ਕੇ ਚੱਲਣਾ ਬੜਾ ਜ਼ਰੂਰੀ ਹੈ। ਜਜ਼ਬਾਤੀ ਹੋ ਕੇ ਆਵੇਸ਼ ਦੇ ਵਿੱਚ ਕਿਸੇ ਦੇ ਫੋਲੋਅਰ ਹੋ ਜਾਣੇ ਤੇ ਕੁਝ ਸਾਲਾਂ ਦੇ ਬਾਅਦ ਫਿਰ ਦਿਮਾਗ ਜਿਹੜਾ ਉੱਥੇ ਹੀ ਆ ਜਾਣਾ, ਇਹ ਕਾਫੀ ਨਹੀਂ ਹੈ। ਤੁਸੀਂ ਕੀ ਸਮਝਦੇ ਹੋ? ਜਿਵੇਂ ਅਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਜੇ ਕੈਨੇਡਾ 'ਚ ਬੈਠੇ ਹਾਂ, ਇੱਥੇ ਹਿਜਾਬ ਦੇ ਪ੍ਰਸੰਗ ਦੇ ਵਿੱਚ ਸਾਡੀਆਂ ਜਥੇਬੰਦੀਆਂ ਅਸੀਂ ਚੱਲੇ ਹਾਂ, ਪੰਜਾਬ 'ਚ ਦੀਪ ਸਿੱਧੂ ਨੇ ਕਰਨਾਟਕਾ ਦੇ ਮਸਲੇ ਨੂੰ ਉਭਾਰਿਆ ਤੇ ਉਸ ਨੇ ਜੋ ਕਿਹਾ ਉਸ ਦੀ ਪੇਸ਼ਨਗੋਈ ਠੀਕ ਹੋਈ, ਕਿਉਂਕਿ ਉਸੇ ਕਰਨਾਟਕਾ ਦੇ ਬਾਅਦ ਦੇ ਵਿੱਚ ਅਮਿਤੇਸ਼ਵਰ ਕੌਰ ਲੜਕੀ ਜਿਹੜੀ ਕਿ ਗੁਰਚਰਨ ਸਿੰਘ ਹੋਰਾਂ ਦੀ ਬੇਟੀ ਸੀ, ਅਖੰਡ ਕੀਰਤਨੀ ਜਥੇ ਦੇ ਬੜੇ ਚੰਗੇ ਇੱਕ ਗੁਰਮੁਖ ਜਿਹੜੇ ਸਨ, ਉਹਨਾਂ ਦੀ ਦਸਤਾਰਧਾਰੀ ਬੱਚੀ ਜਿਹੜੇ ਕਿ ਤਿੰਨੇ ਹੀ ਬਹੁਤ ਐਜੂਕੇਸ਼ਨ ਨਾਲ ਜੁੜੀਆਂ, ਉਸ ਨੂੰ ਰੋਕਿਆ ਗਿਆ। ਸੋ ਜਿਹੜਾ ਇਸ ਤਰ੍ਹਾਂ ਦਾ ਉਸ ਮਾਹੌਲ ਦੇ ਵਿੱਚ ਲਗਾਤਾਰ ਵਰਤਾਰਾ ਹੋ ਰਿਹਾ ਹੈ, ਸਾਡੇ ਦੀਪ ਸਿੱਧੂ ਦੇ ਨਾਲ ਜੁੜੇ ਹੋਏ ਨੌਜਵਾਨੀ ਤੇ ਪੀੜ੍ਹੀ ਦੇ ਲਈ ਕੀ ਸੋਚਦੇ ਹੋ ਕਿ ਕਿਵੇਂ ਚੱਲਣਾ ਚਾਹੀਦਾ? ਨਹੀਂ, ਮੈਂ ਸਮਝਦਾ ਕਿ ਜਿਹੜੇ ਵੱਡੇ ਮੁੱਦੇ ਨੇ ਉਹਨਾਂ ਨੂੰ ਮੁਖਾਤਬ ਹੋ। ਆਹ ਨਿੱਕੀਆਂ ਮੋਟੀਆਂ ਗੱਲਾਂ ਦੇ ਵਿੱਚ ਆਪਣੀ એનર્ਜੀ ਨਾ ਜ਼ਾਇਆ ਕਰੋ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਹੜੀਆਂ ਵੱਡੀਆਂ ਤਾਕਤਾਂ ਦਾ ਫਾਇਦਾ ਚੁੱਕਦੀਆਂ, ਉਹ ਤੁਹਾਨੂੰ ਕੋਈ ਬਿੰਬ ਦੇ ਦਿੰਦੀਆਂ, ਤੁਸੀਂ ਉਹਨਾਂ ਦਾ ਮਗਰ ਭੱਜ ਪੈਂਦੇ ਹੋ। ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਵੈਕਿਊਮ ਇੰਨੀ ਚਿਰ ਦਾ ਪੈਦਾ ਹੋਇਆ ਉਹਦੇ ਕਰਕੇ ਅਸੀਂ ਵੇਖਿਆ ਕਿ ਇੱਕ ਦੌਰ ਆਇਆ ਮਨਪ੍ਰੀਤ ਬਾਦਲ ਦਾ ਉਠਾਨ ਹੁੰਦਾ, ਸਾਰੇ ਬੰਦੇ ਮਨਪ੍ਰੀਤ ਦੇ ਮਗਰ ਭੱਜ ਪਏ, ਜਿਵੇਂ ਮਨਪ੍ਰੀਤ ਪਤਾ ਨਹੀਂ ਕੀ ਤਬਦੀਲੀ ਲਿਆਊਗਾ। ਬਾਅਦ 'ਚ ਉਹਨਾਂ ਦੀ ਫੂਕ ਨਿਕਲ ਗਈ, PPP ਦਾ ਮੁੱਦਾ ਵੱਧ ਗਿਆ। ਉਸ ਤੋਂ ਮਗਰੋਂ ਆਮ ਆਦਮੀ ਪਾਰਟੀ ਦਾ ਉਠਾਨ ਹੁੰਦਾ, ਭਗਵੰਤ ਮਾਨ ਨੇ ਵੀ ਨਿਰਾਸ਼ਤਾ ਪੱਲੇ ਪਾਈ ਲੋਕਾਂ ਦੇ, ਕੇਜਰੀਵਾਲ ਨੇ ਵੀ ਨਿਰਾਸ਼ਤਾ ਪੱਲੇ ਪਾਈ ਆ। ਨਵਜੋਤ ਸਿੱਧੂ ਦਾ ਉਠਾਨ ਸਾਡੇ ਲਈ ਹੋਇਆ, ਲੋਕ ਇਹ ਵੀ ਭੁੱਲ ਗਏ ਕਿ ਪਹਿਲਾਂ ਇੰਨੇ ਚਿਰ RSS 'ਚ ਲਾ ਕੇ ਹੁਣ ਕਾਂਗਰਸ 'ਚ ਗਿਆ, ਜਿਹਨੂੰ ਤੁਸੀਂ ਦੁਸ਼ਮਣ ਜਮਾਤ ਕਹਿੰਦੇ ਹੋ। ਪਹਿਲਾਂ ਤੈਅ ਤਾਂ ਕਰ ਲਓ ਠਰਮੇ ਦੇ ਨਾਲ ਕਿ ਤੁਹਾਡਾ ਮਿੱਤਰ ਕਿਹੜਾ ਤੇ ਤੁਹਾਡਾ ਦੁਸ਼ਮਣ ਕਿਹੜਾ। ਲੰਬੀ ਸੋਚ ਰੱਖਣੀ ਬਹੁਤ ਜ਼ਰੂਰੀ ਹੈ। ਸੋ ਦੀਪ ਸਿੱਧੂ ਦੇ ਮਾਮਲੇ 'ਚ ਤਾਂ ਮੈਂ ਇਹ ਗੱਲ ਕਹਿ ਸਕਦਾ ਕਿ ਵੀ ਉਹ ਇੱਕ ਇਸ ਦੌਰ ਦੇ ਵਿੱਚ ਉੱਭਰਿਆ, ਪਰ ਉਸ ਦੇ ਉਭਾਰ ਤੋਂ ਬਾਅਦ ਅਗਾਂਹ ਤੁਸੀਂ ਸਿੱਖਣਾ ਕਿ ਅਸੀਂ ਕਿਹੜੀ ਗੱਲ ਕਿਵੇਂ ਕਰਨੀ। ਜਿਹੜੀ ਗੱਲ ਉਹ ਕਹਿ ਰਿਹਾ ਸੀ ਇਸ਼ਾਰੇ ਦੇ ਵਿੱਚ ਕਿ ਵੀ ਜੇ ਅੱਜ ਤੁਹਾਡੀ ਹਿਜਾਬ ਨੂੰ ਹੱਥ ਪਊਗਾ, ਕੱਲ੍ਹ ਨੂੰ ਚੁੰਨੀਆਂ ਤੇ ਪੱਗਾਂ ਨੂੰ, ਤੇ ਇਸ ਗੱਲ ਨੂੰ ਸਮਝੋ ਕਿ ਉਹ ਲੜਾਈ ਕੈਨੇਡਾ ਵਿੱਚ ਵੀ ਵਾਜਬ ਹੈ, ਇੰਡੀਆ 'ਚ ਵੀ ਵਾਜਬ ਹੈ, ਹਰ ਇੱਕ ਪਾਸੇ ਵਾਜਬ ਹੈ। ਮਾਰਟਿਨ ਨੋਮਲਰ ਦੇ ਕਥਨ ਦੇ ਜੇ ਅਨੁਸਾਰ ਚੱਲੀਏ, ਸੰਸਾਰ ਭਰ ਵਿੱਚ ਇਸ ਦੀ ਵਾਜਬੀਅਤ ਹੈ। ਸੋ ਲੰਬੇ ਸਮੇਂ ਦੀ ਲੜਾਈ ਇਹੋ ਹੀ ਹੈ ਕਿ ਜਦੋਂ ਕਿੱਥੇ ਜ਼ੁਲਮ ਹੁੰਦਾ ਉੱਥੇ ਖੜੇ ਹੋਵੋ, ਸਿਰਫ ਆਪਣੀ ਪਛਾਣ ਨਾਲ ਨਾ ਬੱਝੇ ਰਹੋ, ਬਾਕੀਆਂ ਦੇ ਬਾਰੇ ਵੀ ਸੋਚੋ। ਦੀਪ ਸਿੱਧੂ ਦੀ ਜਿਹੜੀ ਆਹ ਜਿਹੜੇ ਕਥਨ ਨੇ, ਉਹ ਸਿਰਫ ਸਿੱਖ ਭਾਈਚਾਰੇ ਲਈ ਨਹੀਂ ਹੈ, ਉਹ ਸਾਰੇ ਮੁਆਸ਼ਰੇ ਲਈ ਨੇ। ਸੋ ਜਿੱਥੇ ਜਿੱਥੇ ਵੀ ਜ਼ਿਆਦਤੀ ਹੁੰਦੀ ਹੈ, ਮਨੁੱਖੀਆਂ ਦੀ ਗੱਲ ਜਦੋਂ ਵੀ ਹੋਵੇ, ਉੱਥੇ ਦ੍ਰਿੜਤਾ ਨਾਲ ਖੜੇ ਹੋਵੋ। ਅਫਸੋਸ ਦੀ ਗੱਲ ਹੈ ਕਿ ਜਿਵੇਂ ਕਿਸਾਨੀ ਅੰਦੋਲਨ ਵੇਲੇ ਜਿਹੜੇ ਲੋਕ ਰੈਲੀਆਂ ਕੱਢਦੇ ਸੀਗੇ, ਉਹਨਾਂ ਵਿੱਚੋਂ ਕੁਝ ਲੋਕਾਂ ਨੇ ਇੱਥੇ ਰੈਲੀਆਂ ਕੱਢੀਆਂ ਦੀਪ ਸਿੱਧੂ ਲਈ, ਪਰ ਵਿੱਚ ਵਿਚਾਲੇ ਹੋਰ ਮੁੱਦੇ ਵੀ ਆਏ ਨੇ, ਚਾਹੇ CA ਦਾ ਮਸਲਾ, ਚਾਹੇ ਸਿਆਸੀ ਕੈਦੀਆਂ ਦਾ ਮਸਲਾ। ਕਿੱਥੇ ਸੀਗੇ ਲੋਕ? ਇਹਨਾਂ ਨੂੰ ਚਾਹੀਦਾ ਕਿ ਦ੍ਰਿੜਤਾ ਨਾਲ ਸਾਰੇ ਪਾਸੇ ਖੜਨ, ਲਗਾਤਾਰਤਾ ਨਾਲ ਕੰਮ ਕਰਨ ਦੀ ਲੋੜ ਹੈ, ਨਿਸ਼ਠਾ ਦੀ ਲੋੜ ਹੈ, ਇਸ ਪਾਸੇ ਧਿਆਨ ਦੇਣ। ਗੁਰਪ੍ਰੀਤ ਸਿੰਘ ਜੀ, ਤੁਹਾਡੇ ਲੇਖ, ਤੁਹਾਡੇ ਵਿਚਾਰ ਤੇ ਵਿਸਥਾਰ ਸਹਿਤ ਜੋ ਜਾਣਕਾਰੀ ਦਿੱਤੀ, ਹਾਰਦਿਕ ਸ਼ੁਕਰੀਆ। ਮਿਹਰਬਾਨੀ, ਸ਼ੁਕਰੀਆ ਜੀ। ਅਖੀਰ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਨੌਜਵਾਨ ਦੀਪ ਸਿੰਘ ਸਿੱਧੂ, ਜਿਸ ਦੀ ਉਮਰ 37 ਕੁ ਵਰ੍ਹੇ ਤੇ ਜੀਵਨ ਦਾ ਸਫ਼ਰ ਵੀ ਕੋਈ ਬਹੁਤਾ ਲੰਮਾ ਨਹੀਂ ਸੀ, ਪਰ ਕੁਝ ਸਮੇਂ ਦੇ ਵਿੱਚ ਹੀ ਉਹਨੇ ਇੱਕ ਅਜਿਹੀ ਲਹਿਰ ਪੈਦਾ ਕੀਤੀ ਜਿਸ ਨੂੰ ਅੱਗੇ ਤੋਰਨ ਦੀ ਜ਼ਰੂਰਤ ਹੈ। ਜਿਸ ਕਥਨ ਨੂੰ ਅੱਜ ਅਸੀਂ ਟੈਲੀਵਿਜ਼ਨ ਰਾਹੀਂ ਸਾਂਝਾ ਕੀਤਾ, ਦੀਪ ਸਿੱਧੂ ਦੇ ਅਨੇਕਾਂ ਹੋਰ ਕਥਨ ਨੇ, ਬਹੁਤ ਵੀਡੀਓਜ਼ ਨੇ, ਸਾਰੀਆਂ ਦੇਖੋ, ਫਿਰ ਆਪ ਨਿਰਣਾ ਕਰੋ ਕਿ ਉਹ ਕਿੱਥੇ ਖੜਦਾ ਹੈ। ਪਰ ਜਿਸ ਨੂੰ ਸਾਂਝਾ ਕੀਤਾ, ਉਹ ਦੋ ਸਤਰਾਂ ਹੀ ਬਹੁਤ ਨੇ ਉਸ ਦੇ ਜੀਵਨ ਦੇ ਮੁਲਾਂਕਣ ਤੇ ਉਸ ਦੀ ਪਹੁੰਚ ਨੂੰ ਕੌਮਾਂਤਰੀ ਪੱਧਰ ਤੇ ਪੇਸ਼ ਕਰਨ ਲਈ। ਜਿਹੜਾ ਉਸਨੇ ਇਹ ਕਿਹਾ ਕਿ ਜਿਹੜੇ ਅੱਜ ਹਿਜਾਬ ਤੇ ਬੈਨ ਲਾਉਂਦੇ ਨੇ, ਕੱਲ੍ਹ ਚੁੰਨੀਆਂ ਨੂੰ ਹੱਥ ਪਾਉਣਗੇ, ਚੁੰਨੀਆਂ ਤੋਂ ਵੀ ਅੱਗੇ ਜਾ ਪੱਗਾਂ ਨੂੰ ਹੱਥ ਪਾਉਣਗੇ। ਜਿਹੜੀ ਆਹ ਗੱਲ ਹੈ ਜਾਂ ਪਹੁੰਚ ਹੈ, ਇਸ ਤੋਂ ਵੱਡੀ ਹੋਰ ਕੋਈ ਪ੍ਰਮਾਣਿਕ ਚੀਜ਼ ਨਹੀਂ ਕਿ ਉਸ ਦੇ ਮੌਤ ਤੋਂ ਕੁਝ ਦਿਨ ਪਹਿਲਾਂ ਦੀਆਂ ਇਹ ਲਗਾਤਾਰ ਵੀਡੀਓਜ਼ ਜਿਹੜੀਆਂ ਇਸ ਗੱਲ ਨੂੰ ਸਾਬਤ ਕਰਦੀਆਂ ਨੇ ਕਿ ਦੀਪ ਸਿੱਧੂ ਨੇ ਜੋ ਸਿੱਖ ਧਰਮ ਦੇ
ਮੂਲ ਫਲਸਫੇ ਦੇ ਸਿਧਾਂਤ ਦੇ ਪਹਿਲੂ ਨੇ ਉਹਨਾਂ ਨੂੰ ਸਮਝਿਆ ਵੀ ਤੇ ਉਹਨਾਂ ਤੇ ਪਹਿਰਾ ਵੀ ਦਿੱਤਾ। ਉਹ ਕੀ ਸੀ? ਗੁਰੂ ਤੇਗ ਬਹਾਦਰ ਜੀ ਦਾ ਮਨੁੱਖੀ ਅਧਿਕਾਰਾਂ ਦੇ ਲਈ ਸ਼ਹੀਦ ਹੋਣਾ, ਜਿਸ ਦੇ ਵਿੱਚ ਗੁਰੂ ਸਾਹਿਬ ਉਸ ਤਿਲਕ ਤੇ ਜੰਝੂ ਤੇ ਜਨੇਊ ਜਿਨ੍ਹਾਂ ਦਾ ਉਹ ਖਤਰੇ ਦੇ ਵਿੱਚ ਹੈ, ਜਿਸ ਜਨੇਊ ਤਿਲਕ ਤੇ ਜੰਝੂ ਦੇ ਖਿਲਾਫ ਸਿੱਖ ਧਰਮ ਨੇ ਬਿਲਕੁਲ ਅਗਡਰੀ ਪਛਾਣ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਬਾਗੀ ਤੇ ਵੱਖਰੀ ਕਿਸਮ ਦੀ ਪਹੁੰਚ ਰੱਖੀ ਹੈ। ਪਰ ਜਦੋਂ ਉੱਥੇ ਵੀ ਖਤਰਾ ਹੁੰਦਾ ਹੈ ਤੇ ਜੋ ਸ਼ਰਨ ਆਵੇ ਤੇ ਕੰਠ ਲਾਵੇ, ਉਹ ਪੀੜਤ ਜਦੋਂ ਕੋਲ ਆਉਂਦੇ ਨੇ ਤਾਂ ਗੁਰੂ ਸਾਹਿਬ ਨੇ ਕਿਹਾ ਕਿਉਂ ਕਿਸੇ ਦੇ ਅਧਿਕਾਰ ਜਿਹੜੇ ਆ ਕੋਈ ਹੋਰ ਖੋਵੇ। ਤੇ ਸਮੇਂ ਦੀ ਹਕੂਮਤ ਇਸਟੈਬਲਿਸ਼ਮੈਂਟ ਮੁਗਲੀਆ ਹਕੂਮਤ ਦੇ ਖਿਲਾਫ ਲੜੇ ਤੇ ਸ਼ਹੀਦ ਹੋਏ। ਇਹ ਸਿਧਾਂਤ ਸਾਡੇ ਖੂਨ ਦੇ ਵਿੱਚ ਰਚਿਆ ਹੋਣਾ ਚਾਹੀਦਾ। ਦੀਪ ਸਿੱਧੂ ਨੇ ਇਸ ਨੂੰ ਪੇਸ਼ ਕੀਤਾ। ਉਸ ਦੀ ਪ੍ਰਸੰਗਿਕਤਾ ਹੈ, ਉਸ ਨੂੰ ਇੱਕ ਸਮੂਹ ਪੰਜਾਬੀਆਂ ਦੇ ਇੱਕ ਵਾਹਦ ਆਗੂ ਦੇ ਤੌਰ ਤੇ ਦੇਖਿਆ ਜਾਏ। ਧਾਰਮਿਕ ਸ਼ਖਸੀਅਤ ਵਜੋਂ ਉਸ ਦਾ ਮੁਲਾਂਕਣ ਕਰਨ ਦੀ ਥਾਂ ਤੇ ਉਸ ਦਾ ਮੁਲਾਂਕਣ ਉਸ ਦੀ ਪੰਜਾਬ ਦੀ ਹੋਣੀ, ਪੰਜਾਬ ਦੀ ਵਿਰਾਸਤ ਲਈ ਕੀਤਾ ਜਾਵੇ। ਆਵੇਸ਼ ਨਾਲ ਚੱਲਣ ਦੀ ਥਾਂ ਤੇ ਸਿਧਾਂਤਾਂ ਨੂੰ ਲੈ ਕੇ, ਵਿਚਾਰਧਾਰਾ ਨੂੰ ਲੈ ਕੇ ਸੋਚਿਆ ਜਾਏ। ਤੇ ਯਕੀਨਨ ਤੌਰ ਤੇ ਇਸ ਗੱਲ ਦੀ ਮੰਗ ਵੀ ਉੱਠੇ ਕਿ ਉਸ ਦੀ ਜਿਹੜੀ ਮੌਤ ਹੈ ਉਹ ਕਿਸ ਤਰ੍ਹਾਂ ਹੋਈ ਹੈ, ਤੇ ਉਹ ਮੌਤ ਹੈ ਜਾਂ ਸਿਆਸੀ ਕਤਲ ਹੈ ਜੋ ਕਿ ਜਾਪਦੀ ਹੈ। ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਕਾਫੀ ਸਮੇਂ ਦੇ ਬਾਅਦ ਵੱਡੇ ਵੈਕਿਊਮ ਨੂੰ ਭਰਨ ਦੇ ਵਾਸਤੇ ਆਇਆ, ਉਸ ਨੂੰ ਮੁਕਾ ਦਿੱਤਾ ਗਿਆ। ਪਰ ਇਹ ਸਫ਼ਰ ਖਤਮ ਨਹੀਂ ਹੋਇਆ। ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਇਸ ਸਿਧਾਂਤ ਤੇ ਅਸੀਂ ਚੱਲੀਏ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।